ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਨਦਰ ਕਰਨੀ ਹਜੂਰ, ਨਦਰ ਕਰਨੀ ਮਹਾਰਾਜ, ਦਰਗਾਹ ਤੋਂ ਕਿਰਪਾ ਕਰ ਦੇਣੀ ਪਾਤਸ਼ਾਹ ਜੀ। ਧੰਨ ਗੁਰੂ ਨਾਨਕ ਸਾਹਿਬ ਹਜੂਰ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੇ ਪ੍ਰਭ ਨਾਮ ਚ ਤੇਰੇ, ਮਨ ਜੀਵੇ ਪ੍ਰਭ ਨਾਮ ਚ ਤੇਰੇ। ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਹਜੂਰ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨਦਰ ਕਰਨੀ ਪਾਤਸ਼ਾਹ ਜੀ। ਸਾਹਿਬ ਸੁਰਤ ਸ਼ਬਦ ਦਾ ਮੇਲ ਬਖਸ਼ਣਾ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੁਝ ਚਿਰ ਤੋਂ ਸਿੱਧ ਗੋਸ਼ ਦੀ ਬਾਣੀ ਦੀ ਵਿਚਾਰ ਵਿੱਚ ਉਤਰੇ ਹਾਂ। ਬਾਣੀ ਦੇ ਦਰਸ਼ਨ ਬੜੇ ਨਿਰਾਲੇ ਹਨ। ਬਾਣੀ ਦੀ ਜਿਹੜੀ ਡੂੰਘਾਈ ਹੈ ਉਹ ਉਹਦੀ ਵਿਚਾਰ ਵਿੱਚ ਪ੍ਰਗਟ ਹੁੰਦੀ ਹੈ। ਦਰਸ਼ਨ ਵਿੱਚ ਅਨੇਕ ਅਧਿਆਤਮਕ ਪਹਿਲੂਆਂ ਤੇ ਸਾਹਿਬ ਨੇ ਦ੍ਰਿਸ਼ਟੀ ਪਾਈ ਹੈ, ਨਜ਼ਰ ਪਾਈ ਹੈ। जैसे जल में कमल निरालम मुरगाई नैसाने, सुरत शब्द भव सागर तरिए नानक नाम वखाने। गुरु साहब ने दुनिया दी ਇਹ ਬੁਝਾਰਕ ਤੋਂ ਇੱਕ ਪ੍ਰਸ਼ਨ ਬਣਾ ਕੇ ਉਹਦਾ ਜਵਾਬ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਇਸ ਜੀਵਨ ਤੋਂ ਰਸਤਾ ਕੀ ਹੈ? ਇਸ ਤੋਂ ਅਗਰ ਅਸੀਂ ਫਸੇ ਹੋਏ ਹਾਂ ਤਾਂ ਉਹਦਾ ਕੀ ਮਾਰਗ ਹੈ? ਅਗਰ ਸਾਨੂੰ ਲੱਗਦਾ ਹੈ ਜੀਵਨ ਉਲਝਣ ਵਿੱਚ ਹੈ ਤਾਂ ਉਹਦਾ ਕੀ ਰਸਤਾ ਹੈ? ਅਗਰ ਅਸੀਂ ਜੀਵਨ ਨੂੰ ਪੂਰੀ ਤਰ੍ਹਾਂ ਜੀਂਦੇ ਹਾਂ ਤਾਂ ਜੀਵਨ ਦੇ ਕਈ ਪਹਿਲੂ ਸਾਡੇ ਸਾਹਮਣੇ ਬਾਰ-ਬਾਰ ਦਰਸ਼ਨ ਦਿੰਦੇ ਹਨ ਔਰ ਇਹਨਾਂ 'ਚ ਅਸੀਂ ਦੁਖੀ ਔਰ ਸੁਖੀ ਸਭ ਕੁਝ ਮਹਿਸੂਸ ਕਰਦੇ ਹਾਂ। ਪਰ ਇਸ ਸੁੱਖ ਦੁੱਖ ਦੀ ਘੁੰਮਣ ਘੇਰੀ ਵਿੱਚ ਕੀ ਅਸੀਂ ਆਜ਼ਾਦ ਹਾਂ ਜਾਂ ਫਿਰ ਅਸੀਂ ਇਹ ਦ੍ਰਿਸ਼ਟਮਾਨ ਦੁਨੀਆ ਤੇ ਇੱਕ ਤਰ੍ਹਾਂ ਨਾਲ ਬੰਦੀ ਬਣੇ ਹੋਏ ਹਾਂ। ਜੋ ਦਿਖਦਾ ਹੈ ਮੈਂ ਉਸੇ ਨੂੰ ਜਾਣਦਾ ਹਾਂ, ਜੋ ਨਹੀਂ ਦਿਖਦਾ ਉਸ ਨੂੰ ਜਾਣਦਾ ਨਹੀਂ ਹਾਂ। ਇਸ ਕਰਕੇ ਇੱਕ ਡਰ ਤਾਂ ਸਦਾ ਹੀ ਜੀਵਨ ਦੇ ਨਾਲ ਹੈ। ਕੱਲ ਅਗਰ ਇਹ ਦ੍ਰਿਸ਼ਟਮਾਨ ਜੀਵਨ ਹੱਥੋਂ ਨਿਕਲ ਗਿਆ ਤਾਂ ਫਿਰ ਕੀ ਹੈ? ਇੱਕ ਅਨਨੋਨ ਦਾ ਫੀਅਰ ਤਾਂ ਹੈ ਹੀ ਸਦਾ ਹੀ ਨਾਲ। ਚਾਹੇ ਅਸੀਂ ਉਸ ਨੂੰ ਵਿਚਾਰੀਏ ਨਾ ਵਿਚਾਰੀਏ ਜਾਂ ਅਸੀਂ ਉਸ ਨੂੰ ਭੁੱਲ ਜਾਈਏ, ਕੁਝ ਸਮੇਂ ਲਈ ਭੁੱਲਿਆ ਜਾ ਸਕਦਾ ਹੈ। ਆਜੀਵਨ ਵੀ ਲੋਕ ਭੁੱਲ ਜਾਂਦੇ ਹਨ। ਮੌਤ ਨੂੰ ਭੁੱਲ ਕੇ ਜੀਵਨ ਜੀਆ ਜਾ ਸਕਦਾ ਹੈ, ਪਰ ਉਹ ਇਸ ਤਰ੍ਹਾਂ ਹੈ ਕਿ ਅਸੀਂ ਹਨੇਰੇ ਵਿੱਚ ਸੈਰ ਕਰਨ ਨਿਕਲ ਗਏ, ਕਦੋਂ ਟੋਇਆ ਆਏਗਾ ਸਾਨੂੰ ਨਹੀਂ ਪਤਾ ਹੈ। ਇੱਕ ਅਣਜਾਣ ਪਹਿਲੂ ਹੈ ਜੀਵਨ ਦਾ। ਇਹ ਗੁਰੂ ਲੋਕ ਸਾਨੂੰ ਕੀ ਸਮਝਾਉਂਦੇ ਹਨ ਇਹਦੇ ਬਾਰੇ? ਗੁਰੂ ਨਾਨਕ ਸਾਹਿਬ ਕੀ ਕਹਿਣਾ ਚਾਹੁੰਦੇ ਹਨ ਦੁਨੀਆ ਦੇ ਬਾਰੇ? ਸ਼ਬਦ ਦੀ ਬੜੀ ਨਿਰਾਲੀ ਗੱਲ ਚਲਾਉਂਦੇ ਹਨ ਗੁਰੂ। ਸ਼ਬਦ ਨੂੰ ਨਿਰੰਕਾਰ ਰੂਪ ਵਿੱਚ ਜਾਣ ਕੇ ਸਾਹਿਬ ਨੇ ਪ੍ਰਗਟ ਕੀਤਾ ਹੈ ਔਰ ਫਿਰ ਆਪਣੇ ਸਿੱਖ ਨੂੰ ਕਿਹਾ ਹੈ ਕਿ ਇਹਨੂੰ ਗਾਓ, ਇਹਨੂੰ ਗਾਈਏ ਔਰ ਮਨ ਨੂੰ ਬਦਲੀਏ। ਮਨ ਜਿਹੜਾ ਇੱਧਰ ਉੱਧਰ ਭਟਕਦਾ ਹੈ, ਵਿਚਾਰਾਂ ਵਿੱਚ ਦਰਸ਼ਨ ਕਰਦਾ ਰਹਿੰਦਾ ਹੈ, ਇਹਨੂੰ ਨਾਮ ਦੇ ਨਾਲ ਜੋੜੀਏ। ਇਸ ਮਨ ਨੂੰ ਇਕਾਗਰ ਕਰੀਏ, ਕੀਰਤਨ ਦੀ ਉਡਾਰੀ ਵਿੱਚ ਜਾਏ, ਇਕਾਗਰ ਰੂਪ ਵਿੱਚ ਜਾਏ, ਉੱਥੇ ਤੱਕ ਜਾਏ ਜਿੱਥੇ ਮੈਂ ਨਹੀਂ ਹਾਂ। ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਇਸ ਦੁਨੀਆ ਨੂੰ ਤਰਨ ਦੀ ਗੱਲ ਗੁਰੂ ਸਾਹਿਬ ਇਸ ਬਾਣੀ ਵਿੱਚ ਕਰ ਰਹੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਕਈ ਵਾਰ ਇਹ ਗੱਲ ਕਰ ਚੁੱਕੇ ਹਨ। ਅਸੀਂ ਦੁਨੀਆ ਨੂੰ ਨਦੀ ਜਾਂ ਇੱਕ ਸਾਗਰ ਦੀ ਤਰ੍ਹਾਂ ਅਗਰ ਪੇਸ਼ ਰੱਖੀਏ, ਜਿਹੜੀ ਵਿਚਾਰ ਅਸੀਂ ਕਰ ਚੁੱਕੇ ਹਾਂ, ਤਾਂ ਉਸ ਤੋਂ ਪਾਰ ਜਾਣਾ ਕੀ ਹੈ, ਉਸ ਤੋਂ ਪਾਰ ਨਿਕਲਣਾ ਕੀ ਹੈ, ਔਰ ਇਸ ਦਾ ਸਾਡੇ ਰੋਜ਼ਮर्रा ਦੇ ਜੀਵਨ ਨਾਲ ਕੀ ਰਿਲੇਸ਼ਨ ਹੈ। ਜੋ ਮੈਂ ਕਰਦਾ ਹਾਂ, ਜੋ ਮੇਰਾ ਵਿਵਹਾਰ ਹੈ, ਜੋ ਮੇਰਾ ਪਰਿਵਾਰ ਹੈ, ਜੋ ਮੇਰੀ ਸਭਾ ਵਿੱਚ ਹੈਸੀਅਤ ਹੈ ਜਾਂ ਬਣੀ ਹੈ ਦੂਸਰੇ ਦੇ ਹੱਕ ਵਿੱਚ, ਉਹਦਾ ਕੀ ਰਿਲੇਸ਼ਨ ਹੈ ਉਸ ਅਧਿਆਤਮਿਕ ਜੀਵਨ ਨਾਲ, ਉਹਦਾ ਕੀ ਰਿਲੇਸ਼ਨ ਹੈ ਮੇਰੇ ਕੱਲ ਨਾਲ। ਮੈਂ ਕਿਵੇਂ ਜੀਵਨ ਨੂੰ ਜਾਣ ਸਕਦਾ ਹਾਂ। ਮਹਾਰਾਜ ਦੇ ਇਹਦੇ ਬਾਰੇ ਕਾਫੀ ਕਲੀਅਰ ਵਿਊਜ਼ ਹਨ। ਔਰ ਕਿਹੜੀ ਚੀਜ਼ ਨੂੰ ਗੁਰੂ ਵੈਲਿਊ ਦਿੰਦਾ ਹੈ, ਕਿਹੜੇ ਐਟੀਟਿਊਡ ਨੂੰ ਗੁਰੂ ਸਲਾਮ ਕਰਦਾ ਹੈ, ਕਿਹੜੀ ਅਪਰੋਚ ਨੂੰ ਗੁਰੂ ਸਲਾਹੁੰਦਾ ਹੈ। ਅੱਜ ਦੇ ਪਦੇ ਵਿੱਚ ਧਨ ਦੀ ਵੀ ਗੱਲ ਚੱਲ ਪਈ ਹੈ। ਕਿਹੜੇ ਧਨ ਨੂੰ ਗੁਰੂ ਜਾਣਦਾ ਹੈ, ਗੁਰੂ ਕਿਸ ਧਨ ਨੂੰ ਧਨ ਮੰਨਦਾ ਹੈ। ਅਸੀਂ 56 ਪੌੜੀਆਂ ਇਸ ਬਾਣੀ ਦੀਆਂ ਵਿਚਾਰ ਚੁੱਕੇ ਹਾਂ। ਅੱਜ ਦੀ 57th ਪੌੜੀ ਦੀ ਵਿਚਾਰ ਹੋਣੀ ਹੈ। ਦਰਸ਼ਨ ਬਾਣੀ ਦੇ ਇਸ ਤਰ੍ਹਾਂ ਹਨ ਕਿ ਆਪਣੇ ਆਪ ਨੂੰ ਭੁੱਲ ਜਾਈਏ ਤਾਂ ਗੁਰੂਆਂ ਦੇ ਦਰਸ਼ਨ ਉਹਨਾਂ ਦੀ ਬਾਣੀ ਵਿੱਚ ਹਨ। ਸਿੱਧਗੋਸ਼ ਦੀ ਬਾਣੀ ਦੀ ਵਿਚਾਰ ਚੱਲਦੀ ਹੈ, ਸਾਹਿਬ ਦੀ ਨੇੜਤਾ ਬਣ ਜਾਂਦੀ ਹੈ ਸਾਡੇ ਨਾਲ। ਮਨ ਕਰਕੇ ਹੀ ਤਾਂ ਗੁਰੂ ਨੂੰ ਮਿਲਿਆ ਜਾ ਸਕਦਾ ਹੈ। ਔਰ ਜਦੋਂ ਮਨ ਗੁਰੂ ਦੀ ਬਾਣੀ ਨਾਲ ਜੁੜੇ ਤਾਂ ਗੁਰੂ ਨਾਲ ਜੁੜ ਗਏ। ਗੁਰੂ ਨਾਲ ਜੁੜ ਕੇ ਕੀ ਮਿਲਦਾ ਹੈ ਦੁਨੀਆ ਵਿੱਚ ਮਹਾਰਾਜ? ਕਾਲ ਰਹਿਤ ਜੀਵਨ, ਜਿੱਥੇ ਮੌਤ ਨਹੀਂ ਹੈ, ਜਿੱਥੇ ਸਦਾ ਲਈ ਵਿਗਾਸ ਹੈ, ਜਿੱਥੇ ਆਨੰਦ ਦੀ ਵਰਖਾ ਸਦਾ ਚੱਲਦੀ ਹੈ। ਗੁਰੂ ਨੂੰ ਮਿਲਣਾ ਸਿੱਖ ਲਈ ਇੱਕ ਲਾਜ਼ਮੀ ਗੱਲ ਤਾਂ ਹੈ, ਪਰ ਇੱਕ ਇਹੋ ਜਿਹਾ ਪ੍ਰੇਮ ਹੈ ਜਿਹੜਾ ਦੁਨੀਆ ਦੀ ਸਾਰੀ ਰੋਗਾਂ ਨੂੰ, ਦੁਨੀਆ ਦੀ ਸਾਰੀ ਮੁਸੀਬਤਾਂ ਨੂੰ, ਦੁਨੀਆ ਦੀ ਸਾਰੀ ਚਲਤੇ ਹੋਏ ਜੀਵਨ ਤੋਂ ਥਿਰਤਾ ਵੱਲ, ਵਿਸਰਾਮ ਵੱਲ ਸਾਨੂੰ ਤੋਰ ਦਿੰਦਾ ਹੈ। ਇੱਕ ਇਹੋ ਜਿਹੀ ਦੁਨੀਆ ਵੱਲ ਜਿਹੜੀ ਸਦਾ ਵਿਗਾਸ ਵਿੱਚ ਹੈ। ਸਹਿਜ ਦੀ ਵੀ ਅੱਜ ਗੱਲ ਚੱਲੇਗੀ। ਨਿਰਾਲੀ ਗੱਲ ਹੈ ਸਹਿਜ। ਆਓ ਪਹਿਲੇ ਕੋਈ ਭੈਣ ਵੀਰ ਇਸ ਪਦੇ ਨੂੰ ਪੜ੍ਹ ਦਈਏ ਰਹਾਉ ਦੀ ਤੁਕ ਦੇ ਨਾਲ, ਫਿਰ ਸਾਹਿਬ ਦੇ ਦਰਸ਼ਨਾਂ ਨੂੰ ਨਿਕਲਦੇ ਹਾਂ। ਅੱਜ ਸਾਹਿਬ ਨਾਲ ਬਹਿ ਕੇ ਕੁਝ ਗੱਲਾਂ ਕਰ ਲਈਏ। ਧੰਨਵਾਦ। ਵਾਹਿਗੁਰੂ ਜੀ, ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਤਸ਼ਾਹ। ਕਿਆ ਭਵਿਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਸਾਚ ਵਖਰ ਤਨ ਪੱਲੇ ਹੋਏ, ਆਪ ਤਰੈ ਤਾਰੇ ਵੀ ਸੋਏ। ਸਹਿਜ ਰਤਾ ਬੂਝੈ ਪਤ ਹੋਏ, ਆਕੀ ਕੀਮਤ ਕਰੇ ਨ ਕੋਏ। ਜਾਂ ਦੇਖਾਂ ਤਾਂ ਰਿਹਾ ਸਮਾਏ, ਨਾਨਕ ਪਾਰ ਪਰੈ ਸੱਚ ਪਾਏ। ਨਾਨਕ ਪਾਰ ਪਰੇ ਸੱਚ ਪਾਏ। ਗੁਰੂ ਸ਼ਬਦ ਅੱਜ ਕੱਲ ਵਿਚਾਰ ਦੇ ਵਿੱਚ ਅਨੇਕਾਂ ਰੂਪਾਂ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਸਾਡੇ ਚੋਂ ਕੁਝ ਗੁਰੂ ਨੂੰ ਸ਼ਰੀਰ ਜਾਣਦੇ ਹਨ। ਆਪਣੇ ਦੁੱਖਾਂ ਦਾ ਜਵਾਬ ਲੱਭਣ ਲਈ ਕੁਝ ਲੋਕ ਗੁਰੂਆਂ ਨੂੰ ਮਿਲਣ ਜਾਂਦੇ ਹਨ, ਭੇਟਾ ਚੜਾਉਂਦੇ ਹਨ। ਕੁਝ ਸਾਡੇ ਚੋਂ ਲੋਕ ਚਮਤਕਾਰ ਦੇਖ ਕੇ ਗੁਰੂ ਮਨਾ ਲੈਂਦੇ ਹਨ। ਅਨੇਕਾਂ ਹੀ ਕਾਰਨਾਂ ਕਰਕੇ ਅਸੀਂ ਗੁਰੂ ਧਾਰ ਲੈਂਦੇ ਹਾਂ। ਗੁਰੂ ਹੈ ਕੌਣ ਦਰਅਸਲ, ਔਰ ਗੁਰੂ ਦੇ ਹੱਥ ਵਿੱਚ ਹੈ ਕੀ? ਅਸੀਂ ਕੁਝ ਸਮਾਂ ਪਹਿਲਾਂ ਜੀਵਨ ਨੂੰ ਇੱਕ ਦੁਕਾਨ ਦੀ ਤਰ੍ਹਾਂ ਜਾਣਿਆ ਸੀ।
ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਵਸਤੂਆਂ ਹਨ। ਕੁਝ ਕੁਝ ਸਮੇਂ ਲਈ ਹਨ, ਕੁਝ ਦਿਨਾਂ ਲਈ, ਕੁਝ ਮਹੀਨਿਆਂ ਲਈ, ਕਈ ਸਾਲਾਂ ਲਈ। ਕੁਝ ਵਸਤੂ ਆਜੀਵਨ ਵੀ ਹੈ, ਪਰ ਉੱਥੇ ਇੱਕ ਵਸਤੂ ਇਹੋ ਜਿਹੀ ਹੈ ਜਿਹੜੀ ਸਦਾ ਲਈ ਹੈ। ਬਾਕੀ ਜੋ ਵਸਤੂਆਂ ਸਮੇਂ ਨਾਲ ਖਤਮ ਹੋ ਜਾਣਗੀਆਂ। ਅਧਿਆਤਮਕ ਤੌਰ ਤੇ ਗੁਰੂ ਉਸ ਨੂੰ ਸੱਚ ਨਹੀਂ ਮੰਨਦਾ ਹੈ। ਉਹਨਾਂ ਵਸਤੂਆਂ ਨੂੰ ਗੁਰੂ ਮੁੱਲ ਨਹੀਂ ਦਿੰਦਾ ਹੈ। ਪਰ ਮਹਾਰਾਜ, ਮੈਂ ਤਾਂ ਜੀਵਨ ਵਿੱਚ ਇਹਨਾਂ ਵਸਤੂਆਂ ਨੂੰ ਵਰਤਦਾ ਹਾਂ। ਦਰਅਸਲ ਗੁਰੂ ਉਸ ਜੀਵਨ ਨੂੰ ਮੁੱਲ ਨਹੀਂ ਦਿੰਦਾ ਜਿਸ ਜੀਵਨ ਵਿੱਚ ਨਾਮ ਨਹੀਂ ਹੈ, ਜਿਹੜੇ ਸਮੇਂ ਤੋਂ ਪਰੇ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਹਨ ਕਿ ਉਹ ਜਿਹੜਾ ਮਨ ਹੈ ਉਹ ਜਗਿਆ ਨਹੀਂ ਹੈ, ਉਹ ਸੁੱਤਾ ਹੈ। ਕਿਸ ਚੀਜ਼ ਤੋਂ ਸੁੱਤਾ ਹੈ? ਉਹ ਆਪਣੀ ਰਿਐਲਿਟੀ ਤੋਂ ਸੁੱਤਾ ਹੈ ਕਿ ਮਨ ਦਰਅਸਲ ਹੈ ਕੀ। ਔਰ ਜਿਹੜੀ ਚੀਜ਼ ਸਮੇਂ ਨਾਲ ਸ਼ੁਰੂ ਹੋ ਕੇ ਸਮੇਂ ਦੇ ਵਿੱਚ ਖਤਮ ਹੋ ਜਾਏਗੀ, ਉਸ ਦਾ ਮੁੱਲ ਉਹਨਾਂ ਕੋਲ ਤਾਂ ਹੋ ਸਕਦਾ ਹੈ ਜਿਹੜੇ ਸਮੇਂ ਨੂੰ ਜੀਵਨ ਦਾ ਆਧਾਰ ਜਾਣਦੇ ਹਨ। ਸਮਝੀਏ ਗੱਲ ਨੂੰ। ਜਿਨ੍ਹਾਂ ਲੋਕਾਂ ਵਾਸਤੇ ਜੀਵਨ ਸਿਰਫ ਸਮੇਂ ਦੇ ਅੰਦਰ ਹੈ, ਸਮੇਂ ਦਾ ਮਤਲਬ ਹੈ ਜਨਮ ਔਰ ਮਰਨ, ਕਾਲ ਤਾਂ ਇਹਦੇ ਅੰਦਰ ਹੀ ਹੈ। ਉਹਨਾਂ ਕੋਲ ਕੋਈ ਹੋਰ, ਮੈਂ ਵੀ ਉਹਨਾਂ ਚੋਂ ਹੀ ਹਾਂ, ਉਹਨਾਂ ਕੋਲ ਕੋਈ ਹੋਰ ਜੀਵਨ ਨਹੀਂ ਹੈ ਸਿਵਾਏ ਇਸ ਜੀਵਨ ਦੇ। ਤਾਂ ਅਸੀਂ ਇਸ ਜੀਵਨ ਨੂੰ ਸਾਰੀ ਇੰਪੋਰਟੈਂਸ ਦਿੰਦੇ ਹਾਂ। ਸਾਨੂੰ ਇਹੀ ਜੀਵਨ ਦਾ ਆਧਾਰ, ਫਾਊਂਡੇਸ਼ਨ ਆਫ ਲਾਈਫ ਇੱਥੇ ਹੀ ਦਿਖਦਾ ਹੈ। ਜੋ ਕੁਝ ਹੈ ਇਹੀ ਹੈ। ਫ੍ਰੈਂਚ ਰੈਵੋਲੂਸ਼ਨ ਵਿੱਚ ਇੱਕ ਬੜੀ ਪਿਆਰੀ ਸਟੋਰੀ ਆਈ ਸੀ ਸਾਹਮਣੇ। ਪੁਰਾਣੇ ਬੰਦੀ ਜੇਲਾਂ ਤੋਂ ਰਿਹਾ ਕੀਤੇ ਗਏ ਕਿਉਂਕਿ ਰੈਵੋਲੂਸ਼ਨ ਹੋ ਗਈ ਸੀ, ਤੇ ਜਿਹੜੇ ਬੰਦੀ ਕਈ ਸਾਲਾਂ ਤੋਂ ਉੱਥੇ ਸਨ, ਉਹਨਾਂ ਨੇ ਬਾਹਰ ਜਾਣ ਤੋਂ ਮਨਾ ਕਰਤਾ। ਜੇਲ੍ਹ ਤੋਂ ਬਾਹਰ ਗਏ ਪਰ ਫਿਰ ਵਾਪਸ ਆ ਗਏ। ਉਹਨਾਂ ਨੇ ਕਿਹਾ ਸਾਨੂੰ ਇੱਥੇ ਹੀ ਰੱਖੋ, ਅਸੀਂ ਤਾਂ ਇਹੀ ਜੀਵਨ ਜਾਣਦੇ ਹਾਂ। ਹੈ ਅਚਰਜ ਗੱਲ, ਪਰ ਸਾਡਾ ਵੀ ਕੁਝ ਇਹੀ ਹਾਲ ਹੈ। ਅਸੀਂ ਵੀ ਇੱਕ ਜੇਲ੍ਹ ਵਿੱਚ ਬੰਦੀ ਹਾਂ, ਜਿੱਥੇ ਕਰਮਾਂ ਦਾ ਹੀ ਗੇੜਾ ਚੱਲਦਾ ਰਹਿੰਦਾ ਹੈ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਇਹ ਦੋ ਅਲੱਗ-ਅਲੱਗ ਸਾਈਕਲ ਹਨ ਦੁਨੀਆ ਦੇ। ਕਰਮ ਨਾਲ ਕੀ ਮਿਲਦਾ ਹੈ ਔਰ ਨਦਰ ਨਾਲ ਕੀ, ਇਹ ਬਹੁਤ ਅਲੱਗ-ਅਲੱਗ ਵਸਤੂਆਂ ਹਨ। ਗੁਰਪ੍ਰਸਾਦੀ ਵੀ ਸਹਿਜ ਮਿਲਦਾ ਹੈ। ਮਹਾਰਾਜ ਅੱਜ ਦੱਸਣਗੇ ਸਾਨੂੰ। ਉਹ ਜਿਹੜਾ ਸਹਿਜ ਹੈ ਉਹ ਸਦਾ ਲਈ ਹੈ। ਕਰਮ ਨਾਲ ਉਹ ਸਹਿਜ ਨਹੀਂ ਮਿਲੇਗਾ। ਕਰਮੀ ਸਹਿਜ ਨਾ ਉਪਜੇ ਤਾਂ ਜਿਹੜੀ ਚੀਜ਼ ਕਰਮਾਂ ਨਾਲ ਮਿਲਦੀ ਹੈ ਉਹ ਕਰਮਾਂ ਵਿੱਚ ਹੀ ਮੁੱਕ ਜਾਂਦੀ ਹੈ। ਇਹ ਕਾਲ, ਜੀਵਨ ਦੇ ਕਾਲ ਦੇ ਵਿੱਚ ਹੀ ਕਰਮਾਂ ਦਾ ਸਾਈਕਲ ਚੱਲਦਾ ਹੈ। ਇਸ ਮਨ ਦਾ ਸਾਈਕਲ ਕਰਮਾਂ ਦੇ ਅੰਦਰ ਹੈ, ਉਸ ਮਨ ਦਾ ਨਹੀਂ। ਇਹ ਮਨ ਔਰ ਉਹ ਮਨ ਦੋ ਅਲੱਗ-ਅਲੱਗ ਮਨ ਹਨ, ਦੋ ਅਲੱਗ-ਅਲੱਗ ਪਹਿਲੂ ਹਨ ਮਨ ਦੇ। ਅੱਜ ਕੱਲ ਅਧਿਆਤਮਕ ਲੈਕਚਰਾਂ ਦੇ ਵਿੱਚ ਵੀ ਸਾਈਕੋਲੋਜੀ ਦੀ ਗੱਲ ਚੱਲਦੀ ਹੈ, ਔਰ ਉਹ ਸਾਈਕੋਲੋਜੀ ਨੂੰ ਚਲਾਉਂਦੇ ਹਨ ਲੋਕਾਂ ਨੂੰ ਸਮਝਾਉਣ ਵਾਸਤੇ। ਅੱਛੀ ਗੱਲ ਹੈ, ਸਾਈਕੋਲੋਜੀ ਦਾ ਬੈਨੀਫਿਟ ਹੈ, ਪਰ ਮਨ ਦੀ ਅਸਲ ਸਾਈਕੋਲੋਜੀ ਕੀ ਹੈ? ਯਾਨੀ ਕਿ ਮਨ ਦਾ ਅਸਲ ਸਟਰਕਚਰ ਕੀ ਹੈ? ਪੂਰਾ ਸਟਰਕਚਰ ਕੀ ਹੈ? ਅਧੂਰਾ ਨਹੀਂ ਹੈ। ਇਹ ਮਨ ਚਲਤੇ ਹੋ। ਗੁਰੂ ਇਸ ਬਾਣੀ ਵਿੱਚ ਸਾਨੂੰ ਦੱਸਦੇ ਹਨ, ਮਨ ਬਾਰੇ ਬਹੁਤ ਕੁਝ ਦੱਸਦੇ ਹਨ, ਸਾਈਕੋਲੋਜੀ ਬਾਰੇ ਦੱਸਦੇ ਹਨ ਕਿ ਇੱਕ ਮਨ ਹੈ ਜਿਹੜਾ ਚੱਲਦਾ ਰਹਿੰਦਾ ਹੈ, ਪਰ ਇਹਨੂੰ ਇਸ ਤੋਂ ਆਜ਼ਾਦ ਹੋਣਾ ਹੈ। ਅਸੀਂ ਉਸ ਮਨ ਨੂੰ ਲੱਭਦੇ ਪਏ ਹਾਂ ਜਿੱਥੇ ਸਹਿਜ ਹੈ, ਔਰ ਉਸ ਮਨ ਦੀ ਕੁੰਜੀ ਕਿਹਦੇ ਕੋਲ ਹੈ? ਉਹਦੀ ਚਾਬੀ ਹੈ। ਸਾਹਿਬ ਨੇ ਇਸ ਬਾਣੀ ਵਿੱਚ ਦੁਆਰ ਦੀ ਵੀ ਗੱਲ ਕੀਤੀ ਹੈ, 10ਵੇਂ ਦੁਆਰ ਦੀ ਵੀ ਗੱਲ ਚਲਾਈ ਹੈ, ਆਸਮਾਨ ਦੀ ਵੀ ਗੱਲ ਚੱਲੀ ਹੈ। ਅਸੀਂ ਕਿਹੋ ਜਿਹੀ ਦੁਨੀਆ ਵਿੱਚ ਜਿੰਦੇ ਹਾਂ ਜਿੱਥੇ ਦਾ ਐਕਸਪੀਰੀਅੰਸ ਸਾਡੇ ਨਾਲ ਹੈ, ਸਾਡੇ ਮਨ ਦੇ ਵਿੱਚ ਬੀਜ ਦੀ ਰੂਪ ਵਿੱਚ ਚੱਲਦਾ ਹੈ। ਇਹ ਕਰਮਾਂ ਕਰਕੇ ਹੈ। ਪਰ ਇਸ ਤੋਂ ਰਸਤਾ ਕੀ ਹੈ?
ਇਹਨਾਂ ਕਰਮਾਂ ਦੇ ਵਿੱਚੋਂ ਸਾਨੂੰ ਕਰਮ ਕਰਕੇ ਆਜ਼ਾਦੀ ਮਿਲ ਸਕਦੀ ਹੈ ਕੀ? ਮਹਾਰਾਜ ਕਹਿੰਦੇ ਹਨ ਨਹੀਂ। ਲੇਖਾ ਕਤਹੁ ਨਾ ਛੂਟੀਏ, ਉਹ ਲੇਖਾ ਤੇ ਛੁੱਟੇਗਾ ਨਹੀਂ। ਮਾੜੇ ਔਰ ਚੰਗੇ ਕਰਮ ਦੋਨਾਂ ਦਾ ਲੇਖਾ ਚੱਲਦਾ ਹੀ ਰਹੇਗਾ। ਦੋ ਕਾਰਨ ਹਨ ਕਿ ਲੇਖਾ ਤਾਂ ਜਿਵੇਂ ਸਾਡੀ ਨਿਸ਼ਾਨੀ ਹੈ ਉਸ ਮਨ ਦੀ, ਅਸੀਂ ਇੱਕ ਕਦਮ ਉਸ ਮਨ ਵਿੱਚ ਲਿਆ, ਉਹਦਾ ਨਿਸ਼ਾਨ ਕਰਮ ਕਰਕੇ ਸਾਡੇ ਵਿੱਚ ਰੂਪ ਕਰ ਗਿਆ, ਚਾਹੇ ਚੰਗਾ ਚਾਹੇ ਮਾੜਾ। ਨਾਲੇ ਮਹਾਰਾਜ ਕਹਿੰਦੇ ਹਨ ਕਿ ਇਹ ਸਮੇਂ ਦੇ ਅੰਦਰ ਹੈ। ਹਮ ਖਿੰਨ ਖਿੰਨ ਭੁੱਲਣਹਾਰ, ਹਰ ਖਿੰਨ ਵਿੱਚ ਇਨਸਾਨ ਭੁੱਲਦਾ ਹੈ, ਯਾਨੀ ਕਿ ਬਦਲਾਵ ਵਿੱਚ ਹੈ। ਜਿਹੜਾ ਮਨ ਸਦਾ ਹੀ ਬਦਲਾਵ ਵਿੱਚ ਹੈ, ਉਹ ਅਗਰ ਅੱਜ ਚੰਗਾ ਹੈ ਤਾਂ ਕੱਲ ਮਾੜਾ ਹੋਏਗਾ। ਚਲੋ ਇਸ ਤਰ੍ਹਾਂ ਸਮਝੀਏ, ਮੈਂ ਚੰਗਾ ਬਣਨ ਨਿਕਲਾ ਹਾਂ। ਕਿਵੇਂ ਚੰਗਾ ਬਣਾਂਗਾ? ਪਹਿਲੇ ਪੁੱਛਾਂਗਾ ਕਿ ਚੰਗਿਆਈ ਕੀ ਹੈ, ਤਾਂ ਉਹਦਾ ਜਵਾਬ ਆਏਗਾ ਬੁਰਿਆਈ ਨਹੀਂ ਹੈ। ਯਾਨੀ ਕਿ ਬੁਰਿਆਈ ਦੀ ਲੋੜ ਸਾਨੂੰ ਚੰਗਾ ਬਣਨ ਵਾਸਤੇ ਉਸੇ ਵੇਲੇ ਪੈ ਗਈ। ਬੁਰਿਆਈ ਦੇ ਬਿਨਾਂ ਮੈਂ ਚੰਗਾ ਨਹੀਂ ਬਣ ਪਾ ਰਿਹਾ, ਕਿਉਂਕਿ ਚੰਗਿਆਈ ਦੀ ਕੋਈ ਡੈਫੀਨੇਸ਼ਨ ਬੁਰਾਈ ਦੇ ਬਿਨਾਂ ਹੈ ਹੀ ਨਹੀਂ। ਇਹ ਦੁਐਤ ਹੈ ਜੀਵਨ ਦਾ। ਇਸੇ ਤਰ੍ਹਾਂ ਅਗਰ ਮੈਂ ਕਹਾਂਗਾ ਕਿ ਸੁੱਖ ਕੀ ਹੈ, ਤਾਂ ਜਵਾਬ ਇਹ ਹੋਏਗਾ ਜਦੋਂ ਦੁੱਖ ਨਹੀਂ ਹੈ ਤਾਂ ਦੁੱਖ ਔਰ ਸੁੱਖ ਨਾਲ ਚੱਲਦੇ ਹਨ। ਬਿਨਾਂ ਦੁੱਖ ਦੇ ਸੁੱਖ ਨਹੀਂ ਜਾਣ ਪਾਵਾਂਗੇ, ਡਿਫਾਈਨ ਹੀ ਨਹੀਂ ਕਰ ਪਾਵਾਂਗੇ, ਤਾਂ ਦੁਐਤ ਹੈ। ਤਾਂ ਫਿਰ ਮੈਂ ਜਦੋਂ ਸੁੱਖ ਭਾਲਦਾ ਹਾਂ ਤਾਂ ਦੁੱਖ ਤੋਂ ਮੁਕਤ ਨਹੀਂ ਹੋ ਪਾਵਾਂਗਾ, ਕਿਉਂਕਿ ਬਿਨਾਂ ਦੁੱਖ ਦੇ ਸੁੱਖ ਡਿਫਾਈਨ ਨਹੀਂ ਹੋ ਪਾਉਂਦਾ। ਇਹੀ ਗੱਲ ਸਾਨੂੰ ਘੁਮਾਉਂਦੀ ਰਹਿੰਦੀ ਹੈ। ਹਮ ਖਿੰਨ ਖਿੰਨ ਭੂਲਨਹਾਰ। ਫਿਰ ਰਸਤਾ ਕੀ ਹੈ ਹਜ਼ੂਰ? ਬਖਸ਼ਣਹਾਰਾ ਬਖਸ਼ ਦੇ, ਨਾਨਕ ਪਾਰ ਉਤਾਰ। ਇਹ ਹੁਣ ਗੱਲ ਨਜ਼ਰ ਦੀ ਹੈ। ਇਸ ਤਰ੍ਹਾਂ ਦੇਖਿਆ ਜਾਏ ਤੇ ਨਜ਼ਰ ਦਾ ਸਾਈਕਲ ਕਰਮ ਤੋਂ ਉੱਪਰ ਹੈ। ਪ੍ਰੇਮ ਦਾ ਸਾਈਕਲ ਕਰਮ ਨੂੰ ਤੋੜ ਦਿੰਦਾ ਹੈ। ਗੁਰੂ ਔਰ ਸਿੱਖ ਦਾ ਪ੍ਰੇਮ ਕਰਮ ਨੂੰ ਜਲਾ ਦਿੰਦਾ ਹੈ। ਸ਼ਬਦ ਗੁਰੂ ਨੇ ਸਾਨੂੰ ਦੱਸਿਆ ਕਿ ਸ਼ਬਦ ਜਲਾ ਦਿੰਦਾ ਹੈ। ਕਿਸ ਨੂੰ ਜਲਾਉਂਦਾ ਹੈ ਮਹਾਰਾਜ? ਸ਼ਬਦ ਜਲਾ ਦਿੰਦਾ ਹੈ ਜੀਵਨ ਦੇ ਉਹਨਾਂ ਕੁਆਲਿਟੀਜ਼ ਨੂੰ ਜਿਹੜੀ ਸਾਨੂੰ ਸਰੀਰ ਨਾਲ ਜੋੜਦੀਆਂ ਹਨ। ਅਲਟੀਮੇਟ ਆਜ਼ਾਦੀ ਕਰਮਾਂ ਤੋਂ, ਸਰੀਰ ਤੋਂ ਵੀ ਆਜ਼ਾਦੀ ਦਿਲਾਏਗਾ। ਇਸ ਕਰਕੇ ਜਿਨ੍ਹਾਂ ਨੇ ਆਨੰਦ ਨੂੰ ਜਾਣਿਆ ਹੈ, ਉਹਨਾਂ ਨੇ ਤਾਂ ਸਰੀਰ ਨੂੰ ਛੱਡਣਾ ਵੀ ਇੱਕ ਸੈਲੀਬ੍ਰੇਸ਼ਨ ਬਣਾਇਆ ਹੈ। ਭਗਤ ਕਬੀਰ ਤੇ ਇਹੀ ਦੱਸਦੇ ਹਨ। ਬੜੀ ਦੂਰ ਦੀ ਗੱਲ ਹੈ, ਪਰ ਵਿਚਾਰਨੀ ਚਾਹੀਦੀ ਹੈ। ਜਿਸ ਮੌਤ ਤੋਂ ਮੈਂ ਡਰਦਾ ਹਾਂ, ਜਿਸ ਮੌਤ ਨੂੰ ਮੈਂ ਆਪਣਾ ਅੰਤ ਸਮਝਦਾ ਹਾਂ, ਜਿਸ ਮੌਤ ਨੂੰ ਮੈਂ ਇਹੋ ਜਿਹਾ ਡਰਾਵਨਾ ਸ਼ਕਲ ਦਿੰਦਾ ਹਾਂ, ਉਸ ਨੂੰ ਕੋਈ ਜਨ ਇੱਕ ਆਨੰਦ ਦੀ ਖੇਡ ਗਿਣਦਾ ਹੈ। ਇਹ ਤਾਂ ਬੜੀ ਕਮਾਲ ਦੀ ਗੱਲ ਹੈ। ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ, ਪਰ ਐਸਾ ਹੈ। ਔਰ ਜਿਸਨੇ ਇਸ ਜੀਵਨ ਦੇ ਇਸ ਰੂਪ ਨੂੰ ਜਾਣਿਆ ਹੈ, ਉਸਨੇ ਜੀਵਨ ਦਾ ਸੱਤ ਜਾਣ ਲਿਆ। ਮੈਂ ਤਾਂ ਝੂਠ ਨੂੰ ਹੀ ਜਾਣ ਕੇ ਜੀਵਨ ਸਮਝ ਰਿਹਾ। ਨਾਨਕ ਪਾਰ ਪਰੇ ਸੱਚ ਪਾਏ। ਸੱਚ ਪਾ ਗਿਆ ਉਹਨਾਂ ਨੂੰ। ਸੱਚ ਨਾਲ ਪ੍ਰੇਮ ਹੋ ਗਿਆ ਹੈ, ਕਿਉਂਕਿ ਦੁੱਖ ਦੇ ਜਿਹੜੇ ਆਵਾਗਮਨ ਹੈ, ਉਸ ਤੋਂ ਹੁਣ ਵਿਸਰਾਮ ਲੈਣਾ ਚਾਹੁੰਦੇ ਆ। ਦਰਅਸਲ ਅਧਿਆਤਮ ਦੀ ਬੀਜ ਵਿੱਚ ਇਹੀ ਥਾਟ ਹੈ ਕਿ ਇੱਥੇ ਜੀਵਨ ਦਾ ਵਿਸਰਾਮ ਕਿੱਥੇ ਹੈ? ਇਸ ਦੁੱਖ ਔਰ ਸੁੱਖ ਤੋਂ ਮੇਰੀ ਆਜ਼ਾਦੀ ਹੈ ਕਿੱਥੇ? ਮੈਨੂੰ ਕੋਈ ਬਹੁਤ ਵੱਡਾ ਗਿਫਟ ਮਿਲ ਗਿਆ, ਬਹੁਤ ਹੀ ਧਨ ਮਿਲ ਗਿਆ ਜੀਵਨ ਵਿੱਚ, ਕਿ ਜੀਵਨ ਦੀ ਪਰੇਸ਼ਾਨੀਆਂ ਖਤਮ ਹੋ ਗਈ ਹੈ, ਜੀਵਨ ਦੇ ਵਿੱਚ ਚੇਂਜ ਚਲਾ ਗਿਆ, ਵਿਸਰਾਮ ਆ ਗਿਆ। ਕੁਝ ਸਮੇਂ ਲਈ ਆ ਸਕਦਾ ਹੈ, ਪਰ ਉਹ ਵਿਸਰਾਮ ਜੀਵਨ ਵਿੱਚ ਟੁੱਟੇਗਾ ਕਿਸੇ ਦਿਨ। ਇਹ ਨੇਚਰ ਹੈ ਜੀਵਨ ਦਾ। ਇਹਦੇ ਵਿੱਚ ਮੈਂ ਔਰ ਮੇਰੀ ਅਸਲੀਅਤ ਔਰ ਮੇਰਾ ਸੱਚ ਇਹ ਇਹੀ ਹੈ ਕਿ ਮੈਂ ਇੱਕ ਚੇਂਜ ਦੇ ਵਿੱਚ ਸਦਾ ਹੀ ਘੁੰਮਦਾ ਰਹਿੰਦਾ ਹਾਂ।
ਔਰ ਇਹ ਚੇਂਜ ਮੈਨੂੰ ਵਿਜ਼ਿਟ ਕਰਦਾ ਹੈ ਅਨੇਕਾਂ ਹੀ ਰੂਪਾਂ ਵਿੱਚ। ਇਹ ਕਿਹੜੀ ਕੰਡੀਸ਼ਨਸ ਹਨ ਜੀਵਨ ਦੀਆਂ ਜਿਹਦੇ ਵਿੱਚ ਮੈਨੂੰ ਇਨਸਾਫ ਮਿਲੇਗਾ? ਕਿਹੜੀ ਕੰਡੀਸ਼ਨਸ ਹਨ ਜੀਵਨ ਦੀਆਂ ਜਿਹਦੇ ਵਿੱਚ ਮੈਨੂੰ ਜੀਵਨ ਦੇ ਪਰੇ ਦਾ ਜੀਵਨ ਦਿਖਣਾ ਸ਼ੁਰੂ ਹੋ ਜਾਏਗਾ? ਮੈਂ ਪਰੇ ਦਾ ਜੀਵਨ ਕਿਉਂ ਕਹਿੰਦਾ ਹਾਂ? ਕਿਉਂਕਿ ਜਿਹੜਾ ਦਿਖ ਰਿਹਾ ਹੈ ਇਹ ਸਭ ਚੇਂਜ ਵਿੱਚ ਹੈ। ਐਕਸਪੀਰੀਅੰਸ ਇਹਦਾ ਕਰਮਾਂ ਦੇ ਰੂਪ ਵਿੱਚ ਮੇਰੇ ਮਨ ਵਿੱਚ ਆਪਣੀ ਜਗ੍ਹਾ ਲੈ ਲੈਂਦਾ ਹੈ, ਬਟ ਉਸ ਤੋਂ ਇਲਾਵਾ ਇਹਦੇ ਵਿੱਚੋਂ ਕੁਝ ਵੀ ਮੇਰੇ ਨਾਲ ਨਹੀਂ ਚੱਲ ਸਕਦਾ। ਕੇਵਲ ਮੈਂ ਔਰ ਮੇਰਾ ਮਨ, ਇਹੀ ਸਮੇਂ ਦੇ ਅੰਦਰ ਔਰ ਸਮੇਂ ਦੇ ਪਾਰ ਵੀ ਚੱਲਦਾ ਰਹੇਗਾ, ਸਦਾ ਦੇ ਚੇਂਜ ਵਿੱਚ ਵੀ ਚੱਲਦਾ ਰਹੇਗਾ। ਧਨ ਕੀ ਹੈ ਜੀਵਨ ਵਿੱਚ? ਇੱਕ ਧਨ ਅਸੀਂ ਜੀਵਨ ਦੇ ਸਮੇਂ ਦੇ ਵਿੱਚ ਵਰਤਦੇ ਹਾਂ। ਜੋ ਸਮਾਂ ਹੈ ਉਹਦੇ ਵਿੱਚ ਸਾਨੂੰ ਧਨ ਮਿਲਿਆ, ਅਸੀਂ ਉਹਨੂੰ ਵਰਤਿਆ, ਉਹ ਇੱਕ ਤਰ੍ਹਾਂ ਦਾ ਸੁੱਖ ਦਿੰਦਾ ਹੈ। ਇੱਕ ਸੁੱਖ ਉਸ ਜੀਵਨ ਤੋਂ ਆ ਰਿਹਾ ਹੈ, ਉਸ ਧਨ ਤੋਂ ਆ ਰਿਹਾ ਹੈ ਜਿਹੜਾ ਇਸ ਜੀਵਨ ਵਿੱਚ ਹੈ। ਨਾਲ ਉਹਦੇ ਦੁੱਖ ਵੀ ਹੈ। ਔਰ ਜਿਤਨਾ ਜ਼ਿਆਦਾ ਧਨ ਹੋਏਗਾ ਉਤਨਾ ਜੀਵਨ ਵਿੱਚ ਫੇਰ ਵਧੇਗਾ। ਇਸ ਕਰਕੇ ਅਸੀਂ ਕਈ ਵਾਰ ਦੇਖਦੇ ਹਾਂ ਕਿ ਜਿਨ੍ਹਾਂ ਕੋਲ ਧਨ ਜ਼ਿਆਦਾ ਹੈ ਉਹ ਦੇਣ ਵਿੱਚ ਉਤਨੇ ਜ਼ਿਆਦਾ ਕਮਜ਼ੋਰ ਹੋ ਜਾਂਦੇ ਹਨ, ਕਿਉਂਕਿ ਡਰ ਵੱਧ ਗਿਆ ਹੈ। ਸ਼ੇਖ ਸਾਦੀ ਦੀ ਇੱਕ ਬੜੀ ਪਿਆਰੀ ਗੱਲ ਹੈ, ਬਜ਼ੁਰਗੀ ਬਾ ਅਕਲ ਅਸਤ ਨਾ ਬਾਸਾਲ, ਫਨਗਰੀ ਦਿਲ ਅਸਤ ਨਾ ਬਾਮਾਲ। ਵਿਜ਼ਡਮ, ਬਜ਼ੁਰਗੀ ਬਾ ਅਕਲ, ਜਿਤਨੀ ਅਕਲ ਹੈ ਉਹਦੇ ਹਿਸਾਬ ਨਾਲ ਬੰਦਾ ਵਿਜ਼ਡਮ ਜਾਣਦਾ ਹੈ। ਜਿੰਨੇ ਸਾਲ ਜੀਏ ਹੈ ਉਹਦੇ ਨਾਲ ਨਹੀਂ। ਇਹ ਚਿੱਟੀ ਦਾੜੀ ਕਰਕੇ ਅਸੀਂ ਵਾਈਜ਼ ਨਹੀਂ ਹੁੰਦੇ ਹਾਂ। ਨਾਲ ਉਹ ਕਹਿੰਦਾ ਹੈ ਤਵਨਗਿਰੀ ਦਿਲ ਅਸਤ ਨਾ ਬਾਮਾਲ। ਜੀਵਨ ਵਿੱਚ ਕੌਣ ਉਦਾਰ ਹੈ ਇਹ ਦੱਸਦਾ ਉਹਦਾ ਦਿਲ ਕਿਤਨਾ ਵੱਡਾ ਹੈ। ਕਿੰਨਾ ਪੈਸਾ ਹੈ ਉਸ ਤੋਂ ਨਹੀਂ ਬੰਦਾ ਉਦਾਰ ਬਣਦਾ। ਇਸੇ ਤਰ੍ਹਾਂ ਦਾ ਕੁਝ ਸੱਚ ਧਨ ਨਾਲ ਵੀ ਹੈ। ਇਸ ਦੁਨੀਆ ਵਿੱਚ ਜਿਤਨਾ ਜ਼ਿਆਦਾ ਧਨ ਮਿਲੇਗਾ ਉਤਨੀ ਪਰੇਸ਼ਾਨੀਆਂ ਵਧਣਗੀਆਂ। ਜ਼ਰੂਰੀ ਨਹੀਂ ਹੈ ਧਨ ਸਾਨੂੰ ਸੁੱਖ ਦੇਗਾ, ਦੁੱਖ ਵੀ ਦੇ ਸਕਦਾ ਹੈ। ਪਰਿਵਾਰ ਦੇ ਝਗੜੇ ਵੀ ਹੁੰਦੇ ਹਨ, ਬੱਚਿਆਂ ਨਾਲ ਸਾਂਝ ਘਟ ਜਾਂਦੀ ਹੈ, ਆਪਸਦਾਰੀ ਦਾ ਪ੍ਰੇਮ ਸਿਰਫ ਪੈਸੇ ਨਾਲ ਤੋਲਿਆ ਜਾਂਦਾ ਹੈ। ਜੀਵਨ ਇੱਕ ਤਰ੍ਹਾਂ ਦਾ ਵਪਾਰ ਬਣ ਜਾਂਦਾ ਹੈ। ਇਹ ਵੀ ਹੋ ਸਕਦਾ ਹੈ। ਪਰ ਸਾਹਿਬ ਨੇ ਇੱਕ ਹੋਰ ਧਨ ਵੱਲ ਸਾਨੂੰ ਇਸ਼ਾਰਾ ਕੀਤਾ ਹੈ। ਸਾਚ ਵਖਰ ਧਨ ਪੱਲੇ ਹੋਏ। ਗੁਰੂ ਸਾਹਿਬ ਸਾਨੂੰ ਧਨ ਦੀ ਗੱਲ ਤਾਂ ਕਰ ਰਹੇ ਹਨ, ਪਰ ਇੱਕ ਹੋਰ ਨਵੇਂ ਤਰੀਕੇ ਨਾਲ ਧਨ ਨੂੰ ਸਾਡੇ ਅੱਗੇ ਪੇਸ਼ ਕਰ ਰਹੇ ਹਨ। ਉਹਦੇ ਵਿੱਚ ਦੋ ਕੰਡੀਸ਼ਨਸ ਹਨ ਕਿ ਸੱਚ ਹੋਏ ਔਰ ਪੱਲੇ ਹੋਏ। ਸੱਚ ਦਾ ਵਖਰ, ਸੱਚ ਦੀ ਵਸਤੂ ਹੋਏ ਔਰ ਉਹ ਪੱਲੇ ਹੋਏ। ਜਿਵੇਂ ਇੱਕ ਹੀਰਾ ਹੈ ਅਧਿਆਤਮ ਦਾ ਗਿਆਨ, ਇਸ ਤਰ੍ਹਾਂ ਦੀ ਕੁਝ ਗੱਲ ਚਲਾਈ ਹੈ ਗੁਰੂ ਨੇ ਅੱਜ। ਉਹਨੂੰ ਕਿੱਥੇ ਲੈ ਸਕਦੇ ਹਾਂ? ਗੁਰੂ ਨੇ ਇਹ ਸਮਝਾਇਆ ਸੀ ਕੁਝ ਪਦੇ ਪਹਿਲੇ, ਸੱਚ ਵਖਰ ਕੇ ਹਮ ਬਣ ਜਾ ਰਹੇ। ਇਹਦਾ ਟ੍ਰੇਡਰ ਗੁਰੂ ਹੈ ਔਰ ਸਿੱਖ ਨੂੰ ਉਹ ਵਸਤੂ ਦੇਣਾ ਚਾਹੁੰਦਾ ਹੈ। ਗੁਰਮੁਖ ਕੇ ਖੋਜਤ ਪਏ ਉਦਾਸੀ। ਮੈਂ ਗਲਤ ਨਾ ਕਹਿ ਰਿਹਾ ਹੋਵਾਂ, ਬਸ ਪੰਕਤੀ ਮੇਰੇ ਸਾਹਮਣੇ ਨਹੀਂ ਹੈ, ਪਰ ਸਾਹਿਬ ਨੇ ਇਹ ਗੱਲ ਕੁਝ ਕਹੀ ਸੀ। ਮੈਂ ਉਦਾਸੀ ਕਿਉਂ ਹਾਂ, ਮੈਂ ਉਦਾਸੀ ਵਿੱਚ ਕਿਉਂ ਨਿਕਲਿਆ ਹਾਂ? ਮੈਂ ਲੱਗਦਾ ਹਾਂ ਗੁਰਮੁਖ ਨੂੰ। ਯਾਨੀ ਕੀ ਹੈ? ਗੁਰੂ ਸਿੱਖ ਨੂੰ ਲੱਭਦਾ ਹੈ। ਗੁਰੂ ਉਸ ਸਿੱਖ ਨੂੰ ਲੱਭਦਾ ਹੈ ਜਿਹੜਾ ਸੱਚ ਦਾ ਵਪਾਰੀ ਬਣਨਾ ਚਾਹੁੰਦਾ ਹੈ, ਜਿਹੜੇ ਸੱਚ ਦੀ ਭਾਲ ਵਿੱਚ ਨਿਕਲਿਆ ਹੈ। ਯਾਨੀ ਦੁਨੀਆ ਨੂੰ ਉਹਨੇ ਝੂਠ ਜਾਣ ਲਿਆ, ਹੁਣ ਸੱਚ ਵਸਤੂ ਨਹੀਂ ਮਿਲ ਰਹੀ। ਇੱਕ ਬੜੀ ਲਾਈਫ ਚੇਂਜਿੰਗ ਪੈਰਾਡਾਈਮ ਹੈ। ਜਦ ਮੈਂ ਜਾਣ ਲਿਆ ਕਿ ਜੀਵਨ ਵਿੱਚ ਜੋ ਕੁਝ ਅੱਜ ਹੈ ਕੱਲ੍ਹ ਉਹ ਬਦਲ ਜਾਏਗਾ, ਤਾਂ ਮੈਂ ਇਹਦੇ ਆਧਾਰ 'ਤੇ ਕੀ ਜੀਵਨ ਜੀਆਂ। ਇਹ ਨੌਲੇਜ
ਜਾਂ ਇਹ ਰਿਅਲਾਈਜੇਸ਼ਨ ਸੌਖੀ ਨਹੀਂ ਆਉਂਦੀ ਹੈ। ਇਹਦਾ ਇੱਕ ਦਰਵਾਜ਼ਾ ਹੈ ਜਿਹੜਾ ਅਸੀਂ ਬਾਦਫਾ ਬੰਦ ਰੱਖਦੇ ਹਾਂ, ਔਰ ਉਹ ਦੁੱਖ ਹੈ। ਇਹ ਸਾਨੂੰ ਦੁੱਖ ਸਿਖਾਉਂਦਾ ਹੈ ਕਿ ਜੀਵਨ ਸੱਤ ਨਹੀਂ ਹੈ, ਪਰ ਅਸੀਂ ਦੁੱਖ ਨੂੰ ਅਵੋਇਡ ਕਰਦੇ ਹਾਂ। ਇਸ ਕਰਕੇ ਸਾਨੂੰ ਸਮਝ ਨਹੀਂ ਆਉਂਦੀ ਦੁੱਖ ਕੀ ਸਿਖਾਉਣ ਆਇਆ ਹੈ। ਜਦੋਂ ਦੁੱਖ ਸਾਡੇ ਦਰਵਾਜ਼ੇ 'ਤੇ ਖਟਖਟਾਉਂਦਾ ਹੈ, ਅਸੀਂ ਖੋਲ੍ਹਦੇ ਨਹੀਂ ਹਾਂ, ਅਸੀਂ ਉਸ ਐਕਸਪੀਰੀਅੰਸ ਨੂੰ ਅਵੋਇਡ ਕਰਦੇ ਹਾਂ। ਤਾਂ ਜਿਹੜੀ ਗੱਲ ਦੁੱਖ ਸਿਖਾਉਣ ਆਇਆ ਸੀ, ਅਸੀਂ ਉਹ ਸਿੱਖਦੇ ਨਹੀਂ ਹਾਂ। ਸਾਹਿਬ ਨੇ ਜਿਹੜੀ ਗੱਲ ਅੱਜ ਚਲਾਈ ਹੈ, ਉਹ ਇੱਕ ਧਨ ਦੀ ਗੱਲ ਚਲਾਈ ਹੈ, ਜਿਹੜਾ ਸਦਾ ਲਈ ਹੈ, ਸੱਚ ਹੈ। ਉਸ ਦੁਕਾਨ ਦੀ ਗੱਲ ਜਿਹੜੀ ਮੈਂ ਚਲਾ ਰਿਹਾ ਸੀ, ਉੱਥੇ ਇੱਕ ਇਹੋ ਜਿਹੀ ਵਸਤੂ ਹੈ ਜਿਹੜੀ ਸਦਾ ਲਈ ਹੈ, ਔਰ ਉਹਦਾ ਵਪਾਰ ਗੁਰੂ ਦੇ ਹੱਥ ਵਿੱਚ ਹੈ। ਸੱਚ ਵਖਰ ਧਨ ਪੱਲੇ ਹੋਏ। ਗੁਰੂ ਕਹਿੰਦੇ ਨੇ ਇਹੀ ਜਨ ਹੈ ਜਿਹਦੇ ਕੋਲ ਇਹ ਵਖਰ ਦਾ ਧਨ ਪੱਲੇ ਹੈ। ਸਾਡੇ ਕੋਲ ਨਹੀਂ ਹੈ, ਪਰ ਇਹ ਪੋਸੀਬਿਲਿਟੀਜ਼ ਗੁਰੂ ਬਾਣੀ ਵਿੱਚ ਖੋਲ੍ਹ ਰਹੇ ਹਨ ਕਿ ਸਾਨੂੰ ਮਿਲ ਸਕਦਾ ਹੈ। ਇਸ ਧਨ ਵੱਲ ਸਾਨੂੰ ਪ੍ਰੇਰ ਰਹੇ ਹਨ ਕਿ ਇਸ ਧਨ ਵੱਲ ਚੱਲਣਾ ਹੈ। ਹਜ਼ੂਰ ਨਦਰ ਕਰਨ ਮਹਾਰਾਜ, ਸਾਚ ਵਖਰ ਧਨ ਪੱਲੇ ਹੋਏ, ਆਪ ਤਰੇ ਤਾਰੇ ਸਭ ਸੋਏ। ਹੁਣ ਜੀਵਨ ਦੇ ਵਿੱਚ ਅਗਰ ਕੁਛ ਤੈਰਨ ਵਾਲੀ ਗੱਲ ਹੈ ਤਾਂ ਉਹ ਹੈ ਕਿ ਕਾਲ ਮੈਨੂੰ ਮੁਕਾ ਨਾ ਸਕੇ। ਬਾਰ-ਬਾਰ ਗੁਰੂ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਸਮੇਂ ਨੇ ਸਾਨੂੰ ਅਗਰ ਖਤਮ ਕਰ ਦਿੱਤਾ ਤਾਂ ਫਿਰ ਉਹ ਮੁੱਲ ਨਹੀਂ ਹੈ ਜੀਵਨ ਦਾ। ਗੁਰੂ ਉਸ ਨੂੰ ਮੁੱਲ ਨਹੀਂ ਦਿੰਦਾ ਹੈ, ਉਹ ਡੁੱਬ ਗਿਆ ਕਹਿੰਦੇ ਹਨ ਮਹਾਰਾਜ। ਪਰ ਜਿਸ ਨੇ ਤਰਨਾ ਹੈ ਜੀਵਨ, ਮਹਾਰਾਜ ਉਹ ਕਿਸ ਤਰ੍ਹਾਂ ਤਰੇਗਾ? ਇਹ ਗੁਰੂ ਸਮਝਾ ਰਹੇ ਹਨ ਕਿ ਜਦੋਂ ਇਹ ਵਸਤੂ ਪੱਲੇ ਹੋਏਗੀ ਤਾਂ ਉਹ ਤਰੇਗਾ ਵੀ, ਤਾਂ ਹੋਰਾਂ ਨੂੰ ਵੀ ਪ੍ਰੇਰ ਪਾਏਗਾ। ਇਹ ਵਸਤੂ ਕਿਹੜੀ ਹੈ ਮਹਾਰਾਜ? ਸੱਚ ਦੀ ਇੱਕ ਵਸਤੂ ਹੈ ਜਿਹੜੀ ਸਦਾ ਵਿਗਾਸ ਵਿੱਚ ਰਹਿੰਦੀ ਹੈ। ਭਗਤ ਕਬੀਰ ਦੀ ਬਾਣੀ 'ਚੋਂ ਇੱਕ ਪੰਕਤੀ ਆਉਂਦੀ ਹੈ, ਹੀਰਾ ਪਾਇਓ ਗਾਂਠ ਵਧਾਇਓ ਬਾਰ ਬਾਰ ਹਮ ਕਿਉਂ ਖੋਲੇ। ਉਹਨਾਂ ਨੇ ਇੱਕ ਹੀਰੇ ਦੀ ਤਰ੍ਹਾਂ ਇਸ ਅਧਿਆਤਮ ਗਿਆਨ ਨੂੰ ਕਿਹਾ ਹੈ। ਉਹ ਕਹਿੰਦੇ ਨੇ ਮੈਂ ਬਾਰ-ਬਾਰ ਕਿਉਂ ਖੋਲ੍ਹਾਂ ਇਹਨੂੰ, ਪਾ ਲਿਆ ਮੈਂ। ਇਹ ਗਿਆਨ ਹੋ ਗਿਆ ਮੈਨੂੰ ਕਿ ਮੇਰੇ ਕੋਲ ਇੱਕ ਇਹੋ ਜਿਹਾ ਮਨ ਹੈ ਜਿਹੜਾ ਸਦਾ ਲਈ ਥਿਰ ਹੈ, ਜਿਹੜਾ ਵਿਸਰਾਮ ਵਿੱਚ ਹੈ, ਜਿਹੜਾ ਆਨੰਦ ਵਿੱਚ ਹੈ। ਪਰ ਉਹਦੀ ਕੀ ਕੰਡੀਸ਼ਨ ਹੈ ਮਹਾਰਾਜ? ਉਸ ਮਨ ਦੀ, ਉਸ ਅਵਸਥਾ ਦੀ ਕੀ ਕੰਡੀਸ਼ਨ ਹੈ? ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਉਹ ਮਨ ਹੈ? ਸਾਹਿਬ ਕਹਿੰਦੇ ਨੇ ਸਹਿਜ ਵਿੱਚ ਹੈ। ਸਹਿਜ ਰਤਾ ਬੂਝੇ ਪਤ ਹੋਏ। ਜਿਸ ਨੇ ਸਹਿਜ ਬੁੱਝ ਲਿਆ। ਇਹ ਹੁਣ ਬੜੀ ਨਿਰਾਲੀ ਗੱਲ ਚੱਲ ਪਈ। ਸਹਿਜ ਇੱਕ ਮਨ ਦੀ ਅਵਸਥਾ ਹੈ ਜਿੱਥੇ ਕੁਝ ਕਰਨ ਦੀ ਲੋੜ ਨਹੀਂ ਹੈ, ਆਨੰਦ ਦੀ ਵਰਖਾ ਚੱਲਦੀ ਹੈ। ਆਨੰਦ ਦੀ ਬਾਣੀ ਵਿੱਚ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ ਹੈ, ਕਰਮੀ ਸਹਿਜ ਨਾ ਉਪਜੇ, ਕਿ ਉਹ ਸਹਿਜ ਦਾ ਮਤਲਬ ਉਹ ਹੈ ਜਿਹੜਾ ਕਰਮਾਂ ਤੋਂ ਪਰੇ ਹੈ। ਮੇਰੇ ਕਰਨ ਤੋਂ ਇਹ ਅਵਸਥਾ ਨਹੀਂ ਮਿਲੇਗੀ, ਫਿਰ ਕਿੱਥੋਂ ਮਿਲੇਗੀ ਹਜ਼ੂਰ? ਮਹਾਰਾਜ ਕਹਿੰਦੇ ਨੇ ਕਿ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ। ਇਹ ਸਹਿਸਾ ਇਹ ਵਜਾਏ। ਇਹ ਜਿਹੜਾ ਦੁਨੀਆ ਦਾ ਭਰਮ ਹੈ, ਡਾਊਟ ਹੈ, ਫਿਰ ਚਲਾ ਜਾਂਦਾ ਹੈ ਜਦੋਂ ਸਹਿਜ ਮਿਲਦਾ ਹੈ, ਗੁਰ ਪ੍ਰਸਾਦ ਨਾਲ ਮਿਲਦਾ ਹੈ। ਇੱਕ ਦਿਨ ਬੈਠ ਗਏ, ਮਨ ਦੇ ਵਿੱਚ ਕਈ ਸਾਲਾਂ ਤੋਂ ਤਿਆਰੀ ਚੱਲਦੀ ਹੈ, ਸ਼ਬਦ ਦੇ ਨਾਲ ਸਾਂਝ ਵੀ ਹੈ, ਇਕਾਗਰ ਮਨ ਦੀ ਅਵਸਥਾ ਹੈ। ਬਸ ਖੁੱਲ੍ਹ ਗਿਆ ਦਰਵਾਜ਼ਾ। ਇੱਕ ਖਿਣ ਦੀ ਗੱਲ ਹੈ। ਵੈਸੇ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਇੱਕ ਖਿਣ ਵਿੱਚ ਜਿਵੇਂ ਪਲਕ ਝਪਕਣ ਦਾ ਸਮਾਂ ਹੈ, ਉਸ ਦੇ ਸਮੇਂ ਦੇ ਵਿੱਚ ਇਹ ਗੁਰਪ੍ਰਸਾਦ ਵਰਖਾ ਹੋ ਜਾਂਦੀ ਹੈ। ਸਾਨੂੰ ਇਹ ਡਾਊਟ ਰਹਿੰਦਾ ਹੈ ਕਿਉਂਕਿ ਸਾਡੇ ਨਾਲ ਹੋਇਆ ਨਹੀਂ ਹੈ। ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ
ਉਸ ਬਾਣੀ ਸ਼ਬਦ ਵਿੱਚ ਕਹੀ ਸੀ, ਬਾਹਰ ਭੀਤਰ ਏਕੋ ਜਾਣੇ, ਇਹ ਗੁਰ ਗਿਆਨ ਬਤਾਈ। ਗੁਰੂ ਨੇ ਇੱਕ ਰਸਤਾ ਖੋਲ੍ਹ ਦਿੱਤਾ ਕਿ ਸਭ ਕੁਝ ਸੀਮਲੈਸਲੀ ਦਿਖਦਾ ਹੈ, ਸਭ ਜਗ੍ਹਾ ਇੱਕ ਪ੍ਰੈਜ਼ੈਂਸ ਪ੍ਰਵੇਡ ਕਰ ਰਹੀ ਹੈ। ਜਿਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੈਂ ਹਰ ਜਗ੍ਹਾ ਜਾਣਾ, ਮੈਂ ਸਭ ਕੁਝ ਦੇਖ ਰਿਹਾ ਹਾਂ, ਫਿਜ਼ੀਕਲ ਲਾਈਫ, ਬਟ ਇਸ ਦੇ ਪਿੱਛੇ ਇੱਕ ਪ੍ਰੈਜ਼ੈਂਸ ਫੀਲ ਹੋ ਰਹੀ ਹੈ, ਉਹ ਗੁਰੂ ਦੀ ਹੈ। ਮੈਨੂੰ ਲੱਗਦਾ ਹੈ ਇਸੇ ਤਰ੍ਹਾਂ ਗੁਰੂ ਦੀ ਹਜ਼ੂਰੀ ਹਾਜ਼ਰ ਹੈ ਸਦਾ। ਸਾਡੇ ਕੋਲ ਉਹ ਅੱਖਾਂ ਨਹੀਂ ਹਨ, ਪਰ ਗੁਰਪ੍ਰਸਾਦ ਨਾਲ ਉਹ ਬਖਸ਼ੀਆਂ ਜਾ ਸਕਦੀਆਂ ਹਨ। ਉਹ ਅੱਖਾਂ ਗੁਰੂ ਦੇ ਪ੍ਰਸਾਦ ਨਾਲ ਮਿਲ ਸਕਦੀਆਂ ਹਨ, ਔਰ ਉਹ ਦਰਵਾਜ਼ਾ ਗੁਰੂ ਹੀ ਖੋਲ੍ਹ ਸਕਦਾ ਹੈ। ਸਾਨੂੰ ਜਾਣਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਪੋਸੀਬਿਲਿਟੀਜ਼ ਹਨ ਇਸ ਜੀਵਨ ਦੇ ਨਾਲ, ਔਰ ਜਦੋਂ ਜੀਵਨ ਮੁੱਕਿਆ ਤਾਂ ਇਹ ਪੋਸੀਬਿਲਿਟੀਜ਼ ਵੀ ਮੁੱਕ ਜਾਣਗੀਆਂ। ਇਹ ਅਵਸਰ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਵਾਰੀ ਹੈ। ਸਭ ਕੁਝ ਵਰਤ ਰਿਹਾ ਹੈ ਇੱਥੇ। ਮੈਂ ਕਾਰੋਬਾਰ ਵਿੱਚ ਜਾਂਦਾ ਹਾਂ, ਨਫਾ ਨੁਕਸਾਨ ਦੋਨੋਂ ਸਹਿੰਦਾ ਹਾਂ, ਲੋਕਾਂ ਨਾਲ ਵਾਰਤਾਲਾਪ, ਕਈ ਵਾਰ ਝਗੜੇ, ਕਈ ਵਾਰ ਮਿਲਣਸਾਰ ਗੱਲਾਂ, ਸਭ ਕੁਝ ਤਾਂ ਵਰਤ ਰਿਹਾ ਹੈ ਜੀਵਨ ਵਿੱਚ। ਪਰ ਇਹ ਸਿਰਫ ਚੇਂਜਿੰਗ ਜੀਵਨ ਹੈ। ਇਹਦੇ ਪਿੱਛੇ ਇੱਕ ਜੀਵਨ ਹੈ ਜਿਹੜਾ ਮੈਂ ਨਹੀਂ ਜੀ ਰਿਹਾ, ਜਿਹੜਾ ਮੇਰੇ ਨਾਲ ਨਾਲ ਚੱਲਦਾ ਹੈ ਪਰ ਉਹਦਾ ਗਿਆਨ ਨਹੀਂ ਹੈ ਮੈਨੂੰ। ਉਹ ਗੁਰੂ ਮੈਨੂੰ ਬਖਸ਼ ਸਕਦਾ ਹੈ ਜੀਵਨ, ਉਹਦਾ ਗਿਆਨ, ਜਦੋਂ ਬਾਹਰ ਭੀਤਰ ਇੱਕ ਹੋ ਜਾਣੇ। ਇਸ ਲਈ ਸੰਗਤ ਦੀ ਲੋੜ ਹੈ। ਰਾਤ ਦੇ ਹਨੇਰੇ ਵਿੱਚ ਸ਼ਬਦ ਦੇ ਅਭਿਆਸ ਵਿੱਚ ਬੈਠਣ ਦੀ ਵੀ ਸ਼ਾਇਦ ਲੋੜ ਪੈ ਜਾਏ, ਜੋ ਕੁਝ ਕਰਨ ਦੀ ਲੋੜ ਪੈ ਜਾਏ, ਜੋ ਜਿਵੇਂ ਹਾਊ ਇਟ ਵਰਕਸ। ਐਸੀ ਗੱਲ ਵੀ ਮੈਂ ਕਹਿੰਦਾ ਕਿ ਵੀ ਚਲੋ ਜਿਵੇਂ ਮਰਜ਼ੀ ਹੁੰਦਾ ਹੋਏ, ਜਦੋਂ ਮਰਜ਼ੀ ਹੁੰਦਾ ਹੋਏ, ਪਰ ਗੱਲ ਲੱਭਣ ਵਾਲੀ ਇਹ ਹੈ, ਇਹ ਧਨ ਹੈ ਲੱਭਣ ਵਾਲਾ, ਜਿਹੜਾ ਸੱਚ ਦਾ ਧਨ ਹੈ। ਬਾਕੀ ਧਨ ਗੁਰੂ ਨਹੀਂ ਜਾਣਦੇ ਧਨ। ਉਹ ਤਾਂ ਗੁਰੂ ਕਹਿ ਰਹੇ ਹਨ ਕਿ ਬਈ ਜੀਵਨ ਮੁੱਕਦਾ ਜਾ ਰਿਹਾ ਹੈ, ਇੱਕ ਛਿਨ ਛਿਨ ਕਰ, ਇੱਕ ਇੱਕ ਛਿਨ ਕਰ ਜੀਵਨ ਮੁੱਕਦਾ ਜਾ ਰਿਹਾ ਹੈ। ਗੁਰੂ ਸਾਹਿਬ ਇਹ ਸਮਝਾ ਰਹੇ ਹਨ ਕਿ ਇਹ ਤਾਂ ਇੱਕ ਅਵਸਰ ਹੈ ਜਿਹੜਾ ਹੱਥੋਂ ਨਿਕਲ ਰਿਹਾ ਹੈ। ਧਿਆਨ, ਸ਼ਬਦ, ਨਾਮ, ਗੁਰੂ ਦੀ ਅਰਾਧਨਾ, ਇਹ ਸਭ ਵਿਵਹਾਰਿਕ ਜੀਵਨ ਦੇ ਪਿੱਛੇ ਜਿਹੜਾ ਇਹ ਸੱਤ ਹੈ, ਇਸ ਦੇ ਵੱਲ ਮੈਨੂੰ ਧਿਆਨ ਕਰਨ ਦੀ ਲੋੜ ਹੈ। ਉਹਦੇ ਵਾਸਤੇ ਇਹੋ ਜਿਹੀ ਸੰਗਤ ਜਿਹੜੀ ਅਸੀਂ ਕਰ ਰਹੇ ਹਾਂ, ਇਹ ਮੁੱਲਵਾਨ ਹੋ ਜਾਂਦੀ ਹੈ, ਬਹੁਤ ਵੈਲਿਊਬਲ ਹੋ ਜਾਂਦੀ ਹੈ। ਆਪ ਦੀ ਬੜੀ ਕਿਰਪਾ ਹੈ। ਜੀਵਨ ਦੇ ਸੱਤ ਨੂੰ ਜਾਣਨਾ ਹੈ, ਵਪਾਰੀ ਨੂੰ ਜਾਣਨਾ ਹੈ, ਔਰ ਨਾਲ ਸੰਗਤ ਦੀ ਕਿਰਪਾ ਰਹੇ। ਸੱਚ ਵਖਰ ਧਨ ਪੱਲੇ ਹੋਏ, ਧਨ ਪੱਲੇ ਹੋਏ। ਹੁਣ ਉਹ ਜਿਹੜਾ ਧਨ ਹੈ ਕਿਸੇ ਕੋਲ ਹੈ ਤਾਂ ਉਹਦੇ ਚਿਹਰੇ ਵਿੱਚ ਸ਼ਾਇਦ ਨਾ ਦਿਖੇ, ਉਹਦੀ ਚਾਲ ਵਿੱਚ ਵੀ ਨਾ ਦਿਖੇ, ਉਹਦੇ ਕੱਪੜਿਆਂ ਵਿੱਚ ਵੀ ਨਾ ਦਿਖੇ, ਉਹਦੇ ਵਿਵਹਾਰਕ ਜੀਵਨ ਵਿੱਚ ਵੀ ਨਾ ਦਿਖੇ, ਪਰ ਉਹਦਾ ਅਸਰ ਹੈ। ਜਿਵੇਂ ਕਿ ਕਈ ਵਾਰ ਅਸੀਂ ਮਾਈਥੋਲੋਜੀ ਵਿੱਚ ਇਹੋ ਜਿਹੀ ਕਹਾਣੀਆਂ ਸੁਣਦੇ ਹਾਂ ਕਿ ਗੌਤਮ ਬੁੱਧ ਟੁਰ ਕੇ ਗਏ ਔਰ ਮੁਰਝਾਏ ਫੁੱਲ ਖਿੜ ਗਏ। ਇਹ ਇੱਕ ਤਰੀਕਾ ਹੈ ਕਹਿਣ ਦਾ ਕਿ ਜਿਹੜਾ ਜਾਣਦਾ ਹੈ ਉਹਦੀ ਪ੍ਰੈਜ਼ੈਂਸ ਫੀਲ ਹੁੰਦੀ ਹੈ, ਉਹਦੀ ਪ੍ਰੈਜ਼ੈਂਸ ਵਿੱਚ ਦੂਜੇ ਵੀ ਜਗ ਜਾਂਦੇ ਹਨ। ਹੋਰ ਅਸੀਂ ਕਰਨ ਕੀ ਆਏ ਹਾਂ ਇੱਥੇ? ਜਗਣ ਹੀ ਤਾਂ ਆਏ ਹਾਂ। ਜੇ ਅਸੀਂ ਜਗੇ ਨਹੀਂ ਤਾਂ ਇਹ ਜੋ ਕੁਝ ਐਕਸਪੀਰੀਅੰਸ ਜੀਵਨ ਦਾ ਹੈ, ਇਹਦਾ ਕੋਈ ਮੁੱਲ ਨਹੀਂ ਰਹਿੰਦਾ। ਇਹ ਸਿਰਫ ਦੁੱਖ ਦੇ ਕਾਰਨ ਬਣ ਜਾਂਦਾ ਹੈ। ਬਸ ਅਖੀਰ ਇੱਕ ਵਿਛੋੜਾ ਜਿਹਾ ਹੈ, ਇੱਕ ਅਨਨੋਨ ਦੇ ਵਿੱਚ ਪੈਰ ਰੱਖਦੇ ਹਾਂ ਅਸੀਂ, ਜਿਹੜਾ ਸਾਨੂੰ ਪਤਾ ਹੀ ਨਹੀਂ ਕੀ ਹੈ, ਔਰ ਉਸ ਦਾ ਡਰ ਫਿਰ ਸਾਰੇ ਜੀਵਨ ਨੂੰ ਡਿਕਟੇਟ ਕਰਦਾ ਹੈ। ਡਰ ਤੋਂ ਦੂਸਰਾ ਭਾਵ ਨਾਮ ਦਾ ਹੈ। ਜਿੱਥੇ ਨਾਮ ਹੈ ਉੱਥੇ ਡਰ ਨਹੀਂ ਹੈ, ਜਿੱਥੇ ਨਾਮ ਹੈ ਉੱਥੇ ਸਦਾ ਵਿਕਾਸ ਹੈ। ਮਹਾਰਾਜ ਕਹਿੰਦੇ ਨੇ, ਆਪ ਤਰੇ ਤਾਰੇ ਭੀ ਸੋਏ।
ਆਪ ਵੀ ਤਰਦਾ ਹੈ, ਹੋਰਾਂ ਨੂੰ ਵੀ ਤਾਰ ਦਿੰਦਾ ਹੈ, ਹੋਰਾਂ ਨੂੰ ਵੀ ਦਰਵਾਜ਼ਾ ਦੱਸ ਦਿੰਦਾ ਹੈ ਜਿੱਥੋਂ ਕਿਰਪਾ ਹੋ ਸਕਦੀ ਹੈ, ਜੋੜ ਦਿੰਦਾ ਹੈ। ਸਮਝੀਏ, ਲਿਵ ਲੱਗ ਜਾਂਦੀ ਹੈ, ਜਿਵੇਂ ਮਹਾਰਾਜ ਕਹਿੰਦੇ ਹਨ। ਫਿਰ ਸਹਿਜ ਰਤਾ ਬੂਝੇ ਪਤ ਹੋਏ, ਸਹਿਜ ਦੇ ਵਿੱਚ ਰਤਿਆ ਗਿਆ। ਸਹਿਜ ਕੀ ਹੈ ਮਹਾਰਾਜ? ਸਹਿਜ ਗੁਫਾ ਮੇ ਤਾੜੀ ਲਾਈ, ਆਸਣ ਊਚ ਸਵਾਰਿਆ ਜਿਉ। ਇੱਕ ਆਸਨ ਹੈ ਜਿੱਥੇ ਬਿਨਾਂ ਕਰੇ ਮੈਨੂੰ ਆਨੰਦ ਦੀ ਵਰਖਾ ਹੋ ਰਹੀ ਹੈ। ਕਰਨ ਦੀ ਲੋੜ ਨਹੀਂ ਹੈ, ਕਰਮਾਂ ਦੀ ਇੱਥੇ ਕੋਈ ਲੋੜ ਨਹੀਂ ਹੈ, ਇੱਥੋਂ ਕਰਮਾਂ ਤੋਂ ਆਜ਼ਾਦੀ ਹੈ। ਇੱਕ ਨਦਰ ਹੈ ਜਿਹੜੀ ਸਦਾ ਹੀ ਹਜ਼ੂਰੀ ਵਿੱਚ ਹੈ, ਜਿਵੇਂ ਕਿ ਦੁਨੀਆ ਦੇ ਹਰ ਕਿਣਕੇ ਵਿੱਚ ਇੱਕ ਨਾਮ ਵਸਿਆ ਹੋਇਆ ਹੈ ਔਰ ਉਹ ਨਾਮ ਆਨੰਦ ਰੂਪ ਵਿੱਚ ਪ੍ਰਗਟ ਹੈ। ਜੁੜਨ ਦੀ ਲੋੜ ਹੈ ਬਸ। ਇਸ ਤਰ੍ਹਾਂ ਲੱਗਦਾ ਹੈ ਮੈਨੂੰ ਬਾਣੀ ਤੋਂ। ਕਰਮੀ ਸਹਿਜ ਨਾ ਉਪਜੇ, ਕਰਮਾਂ ਨਾਲ ਸਹਿਜ ਉਪਜਦਾ ਨਹੀਂ ਹੈ, ਇਹ ਤੇ ਕਿਰਪਾ ਨਾਲ ਹੀ ਹੋਏਗਾ। ਆਨੰਦ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਗੁਰੂ ਅਮਰਦਾਸ ਹੀ ਸਮਝਾ ਰਹੇ ਹਨ। ਤ੍ਰਿਕੁਟੀ ਇੱਕ ਸ਼ਬਦ ਹੈ, ਇਹ ਮੱਥੇ ਦੇ ਉੱਪਰ ਜਿਹੜੀ 3 ਡਾਇਰੈਕਸ਼ਨਸ ਹਨ, ਇਹ ਤ੍ਰਿਕੁਟੀ ਬਣਦੀ ਹੈ। ਤ੍ਰਿਕੁਟੀ ਦਾ ਭਾਵ ਇਹ ਵੀ ਹੈ ਕਿ 3 ਗੁਣਾਂ ਤੋਂ ਪਰੇ, 3 ਗੁਣਾਂ ਦੇ ਅੰਦਰ, ਔਰ ਇਹਦੇ ਪਰੇ ਕੀ ਹੈ? ਫਿਰ ਸਹਿਜ ਹੈ। ਸਹਿਜ ਅਵਸਥਾ ਦਸਮ ਦੁਆਰ ਨਾਲ ਰਿਲੇਸ਼ਨ ਰੱਖਦੀ ਹੈ, ਮਨ ਦੇ ਵਿਸਰਾਮ ਨਾਲ ਰਿਲੇਸ਼ਨ ਰੱਖਦੀ ਹੈ। ਜੋ ਉਹ ਮਨ ਦੀ ਅਵਸਥਾ ਜਿਹੜੀ ਮੈਂ ਨਹੀਂ ਬਣਾਈ, ਜਿਹੜੀ ਬਣੀ ਹੈ, ਬਣ ਕੇ ਆਈ ਹੈ, ਮਨ ਤੂ ਜੋਤ ਸਰੂਪ ਹੈ, ਉਸ ਅਵਸਥਾ ਦੀ ਗੱਲ ਚੱਲ ਰਹੀ ਹੈ। ਸਾਡੇ ਸਾਰਿਆਂ ਦੇ ਨਾਲ ਹੈ, ਦੂਰ ਨਹੀਂ ਹੈ ਸਾਡੇ ਤੋਂ। ਕਾਹੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ। ਸਾਡੇ ਸੰਗ ਹੈ, ਨਾਲ ਹੈ। ਬਸ ਉਸ ਵੱਲ ਮੂੰਹ ਕਰਕੇ ਟੁਰਨ ਦੀ ਲੋੜ ਹੈ, ਗੁਰੂ ਦੀ ਬਾਂਹ ਫੜਨ ਦੀ ਲੋੜ ਹੈ, ਗੁਰੂ ਨੂੰ ਸ਼ਬਦ ਨਾਲ ਵਿਚਾਰਨਾ ਔਰ ਸ਼ਬਦ ਦੇ ਧਿਆਨ ਵਿੱਚ ਉਤਰਨ ਦੀ ਲੋੜ ਹੈ। ਸਾਚ ਵੱਖਰ ਤਨ ਪੱਲੇ ਹੋਏ, ਫਿਰ ਇਹ ਤਨ ਸਾਡੇ ਪੱਲੇ ਪੈ ਸਕਦਾ ਹੈ। ਇਹਦਾ ਇਹ ਮਤਲਬ ਨਹੀਂ ਕਿ ਮਰਸੀਡੀਜ਼ ਦੀ ਲੇਟੈਸਟ ਮਾਡਲ ਸਾਡੇ ਕੋਲ ਹੋਏਗਾ, ਹੋਏ ਤਾਂ ਵੀ ਠੀਕ, ਨਹੀਂ ਹੋਏ ਤਾਂ ਵੀ ਠੀਕ, ਸ਼ਾਇਦ ਨਾ ਹੀ ਹੋਏ ਤਾਂ ਬਿਹਤਰ। ਸਰਲ ਹੋਣਾ ਜੀਵਨ ਵਿੱਚ ਵੀ ਇੱਕ ਬਹੁਤ ਵੱਡੀ ਆਜ਼ਾਦੀ ਹੈ। ਪੈਸਾ ਤਾਂ ਮੀਨਸ ਹੈ ਸੋਲਿਊਸ਼ਨ ਦਾ, ਪਰ ਸੋਲਿਊਸ਼ਨ ਤਾਂ ਕਿਰਪਾ ਦੇ ਰਸਤੋਂ ਤੋਂ ਆਉਂਦੀ ਹੈ। ਜਿਸ ਦੇ ਕੰਮ ਨਿਬੇੜ ਦੇਣੇ ਹਨ ਉਸਨੇ ਉਹਦਾ ਰਾਹ ਲੱਭਣਾ ਹੈ। ਕਈ ਵਾਰ ਜਿਹਦੇ ਕੋਲ ਹੁੰਦਾ ਹੈ ਉਸ ਨੂੰ ਨਹੀਂ ਸੋਲਿਊਸ਼ਨ ਮਿਲਦੇ, ਜਿਹਦੇ ਕੋਲ ਨਹੀਂ ਹਨ ਉਹਨੂੰ ਮਿਲ ਜਾਂਦੇ ਹਨ। ਇਹ ਕੋਈ ਡਿਫਾਈਨਡ ਪੈਰਾਮੀਟਰ ਨਹੀਂ ਹੈ, ਇਹ ਸਭ ਹੁਕਮ ਵਿੱਚ ਹੈ। ਤਾਂ ਇਸ ਸਹਿਜ ਨੂੰ ਅਸੀਂ ਵਿਚਾਰਿਆ ਹੈ। ਬ੍ਰਹਮ ਗਿਆਨ ਦੀ ਅਵਸਥਾ ਹੈ ਸਹਿਜ, ਉਹਦੇ ਵਿੱਚ ਮੇਰਾ ਮਨ ਰਮਿਆ ਗਿਆ ਹੈ, ਮੈਂ ਉਸ ਅਵਸਥਾ ਨੂੰ ਜਾਣ ਲਿਆ ਹੈ, ਉਸ ਪ੍ਰੇਮ ਵਿੱਚ ਉਤਰ ਗਿਆ ਹਾਂ ਮੈਂ। ਫਿਰ ਮਹਾਰਾਜ ਕਹਿੰਦੇ ਹਨ ਇਸ ਧਨ ਦੀ ਕੋਈ ਕੀਮਤ ਨਹੀਂ ਹੈ। ਦਰਅਸਲ ਕੀ ਹੈ ਕਿ ਇਹਦਾ ਮੁੱਲ ਫਿਰ ਤਾਂ ਹੀ ਪਏਗਾ ਜਦੋਂ ਮੌਤ ਸਾਹਮਣੇ ਆਏਗੀ। ਉਸ ਤੋਂ ਪਹਿਲਾਂ ਅਸੀਂ ਕੀ ਜਾਣਾਂਗੇ? ਸਰੀਰ ਹੀ ਦੇਖਾਂਗੇ, ਦੂਸਰੇ ਦਾ ਵੀ ਸਰੀਰ ਹੈ, ਸਾਡਾ ਵੀ ਸਰੀਰ ਹੈ। ਇਸ ਲੈਵਲ ਤੇ ਇਹ ਗਿਆਨ ਪ੍ਰਗਟ ਹੀ ਨਹੀਂ ਹੈ ਕਿਹਦੇ ਕੋਲ ਇਹ ਧਨ ਹੈ, ਕਿਹਦੇ ਕੋਲ ਨਹੀਂ। ਪਰ ਜਿਹਦੇ ਕੋਲ ਇਹ ਧਨ ਹੈ ਫਿਰ ਉਹ ਮੌਤ ਨੂੰ ਕਿਸ ਤਰ੍ਹਾਂ ਦੇਖਦਾ ਹੈ? ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੇ ਕੋਈ। ਐਸੀ ਮਰਨੀ ਜੋ ਮਰੇ ਬਾਹਰ ਨਾ ਮਰਨਾ ਹੋਏ। ਦੋ ਗੱਲਾਂ ਚੱਲਦੀਆਂ ਹਨ, ਨਾ ਤੇ ਮੌਤ ਰਹਿੰਦੀ ਹੈ ਹੁਣ, ਕਾਲ ਰਹਿਤ ਜੀਵਨ ਮਿਲ ਗਿਆ, ਬਾਹਰ ਨਾ ਮਰਨਾ ਹੋਏ। ਦੂਸਰਾ ਹੈ ਪਰਮ ਆਨੰਦ, ਕਿ ਹੁਣ ਤਾਂ ਆਨੰਦ ਵਿੱਚ ਹੀ ਉਤਰ ਜਾਣਾ ਹੈ। ਹੰਕਾਰ ਤਾਂ ਚਲੀ ਗਈ, ਹੁਣ ਹਉਮੈ ਦਾ ਰਸਤਾ ਹੀ ਨਹੀਂ ਰਿਹਾ।
ਹਉਮੈ ਤਾਂ ਤਿਆਗੀ ਗਈ, ਹੁਣ ਆਨੰਦ ਹੀ ਰਹਿ ਗਿਆ ਹੈ ਜੀਵਨ ਵਿੱਚ। ਦੁੱਖਾਂ ਦੇ ਸਾਰੇ ਕਾਰਨ ਕੀ ਹਨ? ਹਉਮੈ ਹੈ। ਇਹ ਗੱਲ ਭਾਈ ਨੰਦ ਲਾਲ ਨੇ ਵੀ ਸਮਝਾਈ ਸਾਨੂੰ ਕਿ ਦੁੱਖ ਕਿੱਥੋਂ ਬਣਦੇ ਹਨ। ਗਫਲਤ ਅਜ਼ਯਾਦ ਖੁਦਾ ਨੂੰ ਭੁੱਲ ਜਾਣਾ ਦੁੱਖ ਦਾ ਕਾਰਨ ਹੈ। ਮਹਾਰਾਜ ਵੀ ਇਹੀ ਦੱਸਦੇ ਹਨ ਸਾਨੂੰ, ਕਿਤ ਕਿਤ ਬਿਦ ਜਗ ਉਪਜੇ ਪੁਰਖਾ, ਕਿਤ ਕਿਤ ਬਿਦ ਦੁੱਖ ਬਿਨਸ ਜਾਈ। ਯੋਗੀਆਂ ਦਾ ਪ੍ਰਸ਼ਨ ਹੈ, ਅੱਗੇ ਆਏਗਾ। ਮਹਾਰਾਜ ਕਹਿੰਦੇ ਹਨ ਹਉਮੈ ਵਿੱਚ ਜਗ ਉਪਜੇ। ਜਦੋਂ ਮੈਂ ਹਉਮੈ ਵਿੱਚ ਆ ਜਾਂਦਾ ਹਾਂ ਤਾਂ ਮੈਂ ਜਗ ਵਿੱਚ ਉਪਰ ਜਾਂਦਾ ਹਾਂ, ਕ੍ਰੀਏਟ ਹੋ ਜਾਂਦਾ ਹਾਂ। ਨਾਮ ਬਿਸਰੀਏ ਦੁੱਖ ਪਾਈ। ਨਾਮ ਬਿਸਰ ਜਾਂਦਾ ਹੈ ਜਦੋਂ, ਫਿਰ ਦੁੱਖ ਮਿਲਦਾ ਹੈ। ਤਾਂ ਅਗਰ ਇਸ ਚੀਜ਼ ਨੂੰ ਗਹਿਨ ਰੂਪ ਵਿੱਚ ਵਿਚਾਰੀਏ ਤਾਂ ਜੀਵਨ ਦਾ ਸਿਰਫ ਰਸਤਾ ਇੱਕ ਹੀ ਰਹਿ ਜਾਂਦਾ ਹੈ, ਉਹ ਸ਼ਬਦ ਔਰ ਨਾਮ ਹੈ। PhD ਲੈ ਲੈਣਾ, ਡਾਕਟਰੇਟ ਕਰ ਲੈਣਾ ਜਾਂ ਹੋਰ ਕੋਈ ਦੁਨਿਆਵੀ ਕੋਈ ਵੀ ਸੋਲਿਊਸ਼ਨ ਲੱਭ ਲੈਣਾ ਦੁੱਖਾਂ ਤੋਂ ਆਜ਼ਾਦੀ ਨਹੀਂ ਦੇ ਸਕੇਗਾ। ਕੇਵਲ ਨਾਮ ਹੀ ਸਾਨੂੰ ਇੱਕ ਰਸਤਾ ਹੈ ਜਿੱਥੋਂ ਅਸੀਂ ਇਸ ਜੀਵਨ ਤੋਂ ਆਜ਼ਾਦ ਹੋ ਸਕਦੇ ਹਾਂ। ਇਹ ਜਾਣ ਲੈਣਾ ਮੇਰੇ ਲਈ ਜ਼ਰੂਰੀ ਹੈ, ਕਿਉਂਕਿ ਮੈਂ ਹੋਰ ਸਭ ਯਤਨ ਕਰਦਾ ਹਾਂ ਇਸ ਸਰੀਰ ਦੇ ਨਾਲ, ਜੀਵਨ ਦੇ ਨਾਲ ਮੈਂ ਬਹੁਤ ਐਫਰਟਸ ਕਰਦਾ ਹਾਂ, ਬਟ ਦਰਅਸਲ ਸੋਲਿਊਸ਼ਨ ਸਿਰਫ ਨਾਮ ਕੋਲ ਹੈ। ਕੇਵਲ ਨਾਮ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ। ਕੇਵਲ ਨਾਮ। ਇਹ ਤੇ ਮੇਰੀ ਰਿਐਲਿਟੀ ਹੈ ਕਿ ਮੈਂ ਸਾਰਾ ਦਿਨ ਐਨਰਜੀ ਜੀਵਨ ਦੇ ਵਿੱਚ ਹੀ ਇਨਵੈਸਟ ਕਰਦਾ ਹਾਂ। ਜੀਵਨ ਦੇ ਰੋਜ਼ਮर्रा ਦੇ ਜੀਵਨ ਵਿੱਚ ਹੀ ਇੰਨੀ ਐਨਰਜੀ ਲੱਗਦੀ ਹੈ ਕਿ ਕੋਈ ਐਨਰਜੀ ਬਚਦੀ ਨਹੀਂ, ਤੇ ਮੇਰਾ ਵੀ ਇਹੀ ਹਾਲ ਹੈ। ਪਰ ਇਹ ਸੋਲਿਊਸ਼ਨ ਨਹੀਂ ਹੈ ਲਾਈਫ ਦਾ। ਗੁਰੂ ਸਾਨੂੰ ਜੋ ਦੱਸਦੇ ਹਨ ਉਹ ਇੱਕ ਨਵੇਂ ਧਨ ਦੀ ਗੱਲ ਚੱਲਦੀ ਹੈ, ਨਵੇਂ ਧਨ ਦੀ ਗੱਲ ਚਲਾਉਂਦੇ ਹਨ ਮਹਾਰਾਜ, ਜਿਹੜਾ ਸੱਚ ਹੈ, ਜਿਹੜਾ ਬਦਲਦਾ ਨਹੀਂ ਹੈ, ਜਿਹੜਾ ਸਦਾ ਲਈ ਹੈ। ਮਹਾਰਾਜ ਕਹਿੰਦੇ ਨੇ ਉਸ ਧਨ ਨੂੰ ਅਨਮੋਲ ਸਮਝੋ, ਉਸ ਧਨ ਨੂੰ ਵੈਲਿਊ ਦਿਓ ਜੀਵਨ ਦੀ। ਇਹ ਇੱਕ ਗੱਲ ਜੀਵਨ ਨੂੰ ਡਿਫਾਈਨ ਕਰਨ ਦਾ ਇੱਕ ਰਸਤਾ ਹੈ ਕਿ ਜਿਨ੍ਹਾਂ ਚੀਜ਼ਾਂ ਨੂੰ ਮੈਂ ਵੈਲਿਊ ਦਿਆਂਗਾ ਮੇਰਾ ਮਨ ਉਸ ਪਾਸੇ ਜਾਏਗਾ। ਤਾਂ ਅਗਰ ਮੈਂ ਸਿਰਫ ਲਾਈਫ ਨੂੰ ਇੰਪੋਰਟੈਂਸ ਦਿਆਂਗਾ ਤਾਂ ਉੱਥੇ ਹੀ ਬਹਿੇਗਾ ਮੇਰਾ ਜੀਵਨ। ਪਰ ਅਗਰ ਮੈਂ ਇਸ ਨਾਮ ਨੂੰ ਇੰਪੋਰਟੈਂਸ ਦਿਆਂ, ਇਹਦੀ ਅਰਦਾਸ ਸਦਾ ਨਾਲ ਕਰਦਾ ਚਲਾਂ, ਤਾਂ ਮੈਂ ਉਹ ਬੀਜ ਬੋ ਰਿਹਾ ਹਾਂ ਜਿਹੜੇ ਇਸ ਧਨ ਦੀ ਪ੍ਰਾਪਤੀ ਵੱਲ ਮੈਨੂੰ ਟੋਰ ਸਕਦੇ ਹਨ, ਗੁਰੂ ਨਾਲ ਮਿਲਣ ਦਾ ਰਸਤਾ ਖੋਲ੍ਹ ਸਕਦੇ ਹਨ। ਕਿਉਂਕਿ ਇਹ ਤਾਂ ਗੁਰੂ ਦੇ ਮਿਲਣ ਨਾਲ ਹੀ ਹੋਏਗਾ। ਗੁਰੂ ਇੱਕ ਨਵਾਂ ਜੀਵਨ ਦੇਗਾ। ਜਾਗ ਲਿਓ ਰੇ ਮਨਾ, ਜਾਗ ਲਿਓ ਕਾਹੇ ਗਾਫਲ ਸੋਇਆ। ਮਨ ਨੂੰ ਜਗਾ ਦੇਗਾ, ਮਨ ਨੂੰ ਆਪਣੀ ਰਿਐਲਿਟੀ ਸਮਝਾ ਦੇਗਾ ਗੁਰੂ ਕਿ ਤੁਹਾਡੀ ਰਿਐਲਿਟੀ ਹੈ ਕੀ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਆਵਾਗਮਨ ਮਿਟ ਜਾਂਦਾ ਹੈ, ਜਨਮ ਇੱਕ ਨਵਾਂ ਮਿਲ ਜਾਂਦਾ ਹੈ। ਦੂਸਰਾ, ਗੁਰੂ ਸਾਨੂੰ ਨਾਮ ਦਿੰਦਾ ਹੈ, ਨਾਮ ਪਾਇਆ ਜਾਏ। ਕਿਸੇ ਨੂੰ ਨਾਮ ਮਿਲ ਗਿਆ। ਦੁਨੀਆ ਦੀ ਹੋਰ ਕੋਈ ਵਸਤੂਆਂ ਨਹੀਂ ਰਹੀਆਂ। ਜੀਵਨ ਵਿੱਚ ਤਾਂ ਸ਼ਾਇਦ ਫਿਰ ਵੀ ਦੁੱਖ ਰਹੇਗਾ, ਪਰੇਸ਼ਾਨੀਆਂ ਰਹਿਣਗੀਆਂ, ਉਹ ਤਾਂ ਸਭ ਨਾਲ ਰਹਿਣਗੀਆਂ ਹੀ। ਬਟ ਇੱਕ ਚੀਜ਼ ਚੇਂਜ ਹੋ ਗਈ ਜੀਵਨ ਦੀ, ਜਿਹੜੀ ਆਧਾਰ ਹੈ ਜੀਵਨ ਦਾ, ਉਹ ਆਜ਼ਾਦੀ ਵੱਲ ਚਲਾ ਗਿਆ। ਇੱਕ ਫਰੀਡਮ ਹੈ, ਡਿਪੈਂਡੈਂਸ ਹੀ ਨਹੀਂ ਰਹੀ। ਤਾਂ ਜਿਨ੍ਹਾਂ ਤੋਂ ਵਿਛੋੜੇ ਤੋਂ ਅਸੀਂ ਡਰਦੇ ਹਾਂ ਕਿ ਇਸ ਜੀਵਨ ਨੂੰ ਮੈਂ ਜਾਣਦਾ ਹਾਂ, ਮੇਰੇ ਪਰਿਵਾਰ ਦਾ ਕੀ ਹੋਏਗਾ, ਉਹ ਜਾਣਦਾ ਹੈ ਕਿ ਮੈਂ ਕਦੇ ਵਿਛੜਦਾ ਨਹੀਂ ਹਾਂ ਕਿਸੇ ਤੋਂ। ਮੈਂ ਕਿਸੇ ਤੋਂ ਵੀ ਨਹੀਂ ਵਿਛੜਾਂਗਾ, ਮੈਂ ਹਰ ਇੱਕ ਨਾਲ ਜੁੜ ਜਾਵਾਂਗਾ, ਕਿਉਂਕਿ ਮੈਂ ਵਿਕਾਸ ਨਾਲ ਜੁੜ ਗਿਆ, ਜਿਹੜਾ ਫਾਊਂਡੇਸ਼ਨ ਹੈ ਲਾਈਫ ਦੀ, ਸਦਾ ਵਿਕਾਸ। ਮੈਂ ਜੀਵਨ ਦੇ ਜਿਵੇਂ ਅਗਰ ਪੇੜ ਸਮਝੀਏ ਜੀਵਨ ਨੂੰ, ਤਾਂ ਉਹਦੀ ਜੜ ਨਾਲ ਮੈਂ ਅਟੈਚ ਹੋ ਗਿਆ। ਹੁਣ ਮੈਂ ਸਭ ਨਾਲ ਅਟੈਚਡ ਹਾਂ, ਕਿਸੇ ਤੋਂ ਵੀ ਨਹੀਂ ਟੁੱਟਾਂਗਾ। ਇੱਕ ਨਵੀਂ ਰੈਵਲੇਸ਼ਨ ਹੈ। ਤਾਂ ਫਿਰ ਹਜ਼ੂਰ ਨੇ ਸਾਨੂੰ ਇਹ ਸਮਝਾਇਆ, ਜਹ ਦੇਖਾਂ ਤੈ ਰਿਹਾ ਸਮਾਈ। ਉਹ ਤਾਂ ਸਭ ਜਗ੍ਹਾ ਸਮਾਇਆ ਹੈ, ਕਿਸੇ ਤੋਂ ਵਿਛੜਨਾ ਨਹੀਂ ਹੈ, ਕਿਸੇ ਤੋਂ ਟੁੱਟਣਾ ਨਹੀਂ ਹੈ।
ਅੱਜ ਤੱਕ ਕੁਆਂਟਮ ਫਿਜ਼ਿਕਸ ਵੀ ਇਹ ਕਹਿੰਦੀ ਹੈ ਕਿ ਇਹ ਫਿਜ਼ੀਕਲ ਰਿਐਲਿਟੀ ਫਿਜ਼ੀਕਲ ਨਹੀਂ, ਰਿਐਲਿਟੀ ਨਹੀਂ ਹੈ। ਤਾਂ ਫਿਰ ਕੀ ਰਿਐਲਿਟੀ ਹੈ? ਬਾਣੀ ਸਾਨੂੰ ਸਮਝਾਉਂਦੀ ਹੈ ਕਿ ਨਾਮ ਆਧਾਰ ਹੈ ਜੀਵਨ ਦਾ, ਔਰ ਉਹਦਾ ਰਸਤਾ ਮਨ ਦੇ ਅੰਦਰੋਂ ਗੁਰੂ ਖੋਲ੍ਹਦਾ ਹੈ। ਉਹ ਮਨ ਦੇ ਵਿੱਚ ਐਕਸਪੀਰੀਅੰਸ ਹੈ, ਮਨ ਨੂੰ ਜਿੱਤਣ ਦਾ ਐਕਸਪੀਰੀਅੰਸ ਜੀਵਨ ਦਾ ਐਕਸਪੀਰੀਅੰਸ ਖੋਲ੍ਹ ਦਿੰਦਾ ਹੈ। ਜੀਵਨ ਦੀ ਸਾਰੀ ਵਿਕਟਰੀਜ਼ ਹਾਜ਼ਰ ਹੋ ਜਾਂਦੀਆਂ ਹਨ। ਉਸ ਹਜ਼ੂਰੀ ਵਿੱਚ ਸਾਡਾ ਮਨ ਆ ਜਾਂਦਾ ਹੈ ਜਿੱਥੇ ਸਦਾ ਵਿਕਾਸ ਹੈ। ਜਹ ਦੇਖਾ ਤਹਿ ਰਿਹਾ ਸਮਾਈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਰ ਜਗ੍ਹਾ ਸਮਾਏ ਹਨ, ਕਿਧਰੇ ਵੀ ਸਥਾਨ ਨਹੀਂ ਹੈ ਜਿੱਥੇ ਨਹੀਂ ਹਨ। ਜਹ ਦੇਖਾ, ਜਿੱਥੇ ਮੈਂ ਦੇਖਦਾ ਹਾਂ, ਦੇਖਣ ਦਾ ਤਰੀਕਾ ਫਰਕ ਹੈ, ਇਹਨਾਂ ਅੱਖਾਂ ਨਾਲ ਨਹੀਂ ਦਿਖੇਗਾ। ਉਹ ਕਹਿੰਦੇ ਹਨ ਮਹਾਰਾਜ ਕਿ ਲੋਇਣ ਸੁਰਤ ਕਰੇ। ਲੋਇਣ ਮਨ ਦੀਆਂ ਅੱਖਾਂ ਬਣ ਜਾਣ। ਲੋਇਣ ਮੀਨਸ ਅੱਖਾਂ, ਮਨ ਦੀਆਂ ਅੱਖਾਂ। ਲੋਇਣ ਸੁਰਤ ਇਕਾਗਰ ਮਨ, ਜੁੜਿਆ ਮਨ। ਇੱਕ ਨਵੇਂ ਤਨ ਦੀ ਗੱਲ ਗੁਰੂ ਚਲਾ ਰਿਹਾ ਹੈ, ਇੱਕ ਨਵੇਂ ਜੀਣ ਦੇ ਤਰੀਕੇ ਦੀ ਗੱਲ ਮਨ ਚਲਾ ਰਿਹਾ ਹੈ। ਉਸ ਮਨ ਦੀ ਗੱਲ ਗੁਰੂ ਚਲਾ ਰਿਹਾ ਹੈ ਜਿਸ ਮਨ ਵਿੱਚ ਸਦਾ ਵਿਕਾਸ ਹੈ, ਸਹਿਜ ਹੈ, ਔਰ ਉਹ ਮਨ ਸਮਾਇਆ ਹੋਇਆ ਹੈ ਸਤ ਵਿੱਚ। ਤਾਂ ਫਿਰ ਗੁਰੂ ਕਹਿੰਦੇ ਹਨ ਨਾਨਕ ਪਾਰ ਪਰੇ ਸੱਚ ਪਾਏ। ਇਸ ਜੀਵਨ ਦੇ ਸਾਰੇ ਸੋਲਿਊਸ਼ਨਸ ਮਿਲ ਗਏ ਹਨ, ਹੁਣ ਇੱਥੋਂ ਆਜ਼ਾਦ ਹਾਂ। ਸੱਚ ਪਾਏ, ਸੱਚ ਪਾ ਗਿਆ ਹੈ, ਸੱਚ ਨਾਲ ਹੈ, ਸੱਚ ਪੱਲੇ ਹੈ। ਆਨੰਦ ਵਿੱਚ ਗੁਰੂ ਦਾ ਸਿੱਖ ਸਮੇਂ ਤੋਂ ਪਰੇ ਦਾ ਜੀਵਨ ਜਾਣ ਗਿਆ ਹੈ, ਵਿਸਰਾਮ ਜਾਣ ਲਿਆ ਹੈ। ਜੀਵਨ ਦੀਆਂ ਸਾਰੀਆਂ ਭੁੱਖਾਂ ਮਿਟ ਗਈਆਂ ਹਨ। ਇਹ ਚੱਲਦਾ ਹੋਇਆ ਮਨ ਹਾਲੇ ਵੀ ਮੇਰੇ ਨਾਲ ਹੈ, ਪਰ ਉਹਦਾ ਅਕਸ ਘਟਦਾ ਜਾ ਰਿਹਾ ਹੈ ਦਿਨ ਬ ਦਿਨ। ਇਸ ਤਰ੍ਹਾਂ ਲੱਗਦਾ ਹੈ। ਇੱਕ ਮਸਤਾਨੀ ਜੀ ਗੱਲ ਹੈ। ਜੀਵਨ ਵਿੱਚ ਪੈਰ ਧਰਤੀ 'ਤੇ ਹੋਣ ਔਰ ਸੁਰਤ 10ਵੇਂ ਦੁਆਰ 'ਤੇ ਇਕਾਗਰ ਹੋਏ, ਇਸ ਤਰ੍ਹਾਂ ਦੀ ਕੁਝ ਖੇਡ ਹੈ। ਸਾਚ ਵੱਖਰ ਤਨ ਪੱਲੇ ਹੋਏ। ਵਿਚਾਰ ਕਰਦੇ ਮੈਂ ਅਨੇਕਾਂ ਭੁੱਲਾਂ ਕੀਤੀਆਂ ਹਨ। ਅੱਜ ਦੀ ਵਿਚਾਰ ਜੋ ਵੀ ਭੁੱਲਾਂ ਹਨ, ਖਿਮਾ ਦੇਣਾ, ਸੁਧਾਰ ਕਰਨਾ ਜ਼ਰੂਰ। ਆਪ ਕੁਝ ਕਹਿਣਾ ਚਾਹੋ, ਕੁਝ ਦੱਸਣਾ ਚਾਹੋ, ਜੀ ਆਇਆਂ ਨੂੰ। ਅੱਜ ਦੀ ਵਿਚਾਰ ਇੱਥੇ ਤੱਕ ਪ੍ਰਵਾਨ ਕਰਨਾ ਜੀ। ਧੰਨਵਾਦ।